ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ 'ਚ ਅਸ਼ਟਮ ਬਲਬੀਰਾ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਪਾਵਨ ਚਰਨ ਛੋਹ ਪ੍ਰਾਪਤ ਇਹ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁੜ ਬੈਠੇ ਅਤੇ ਦੇਸ਼ ਵਿਦੇਸ਼ ਵਿੱਚ ਇਸ ਸਤਸੰਗੀ ਲਾਹੇ ਨੂੰ ਪ੍ਰਾਪਤ ਕਰਨ ਲਈ ਜੁੜ ਬੈਠੇ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰਦੇ ਹਾਂ। ਗੁਰੂ ਕੀ ਅੰਮ੍ਰਿਤ ਬਾਣੀ ਦੇ ਕੀਰਤਨ ਦੇ ਲਾਹੇ ਉਪਰੰਤ ਗੁਰੂ ਦਰਬਾਰ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਆਦਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਰਾਗ ਦੇ ਵਿੱਚ ਇਹ ਅੰਮ੍ਰਿਤ ਬਚਨ ਗੁਰੂ ਘਰ ਦੇ ਮੁੱਖ ਗ੍ਰੰਥੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਦੇ ਪਾਸੋਂ ਆਪਾਂ ਨੇ ਸ਼ਰਵਣ ਕੀਤਾ ਹੈ। ਕੱਲ੍ਹ ਇਸ ਸ਼ਬਦ ਦੀ ਵਿਚਾਰ ਆਰੰਭ ਕੀਤੀ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮੀਰੀ ਪੀਰੀ ਦਿਵਸ ਦੇ ਸੰਬੰਧ ਵਿੱਚ ਵੀ ਵਿਚਾਰ ਕਰਨੀ ਸੀ। ਇਸ ਕਰਕੇ ਇਹ ਸ਼ਬਦ ਦੀ ਵਿਚਾਰ ਸੰਪੂਰਨ ਨਹੀਂ ਸੀ ਹੋਈ। ਇਸੇ ਸ਼ਬਦ ਵਿਚਾਰ ਨੂੰ ਅੱਜ ਗੁਰੂ ਦੇ ਨਾਲ ਸੁਰਤੀਆਂ ਬਿਰਤੀਆਂ ਜੋੜ ਕੇ ਆਪਣੇ ਸਵਾਸਾਂ ਦੇ ਭਲੇ ਲਈ ਦ੍ਰਿੜ ਕਰਨ ਦਾ ਯਤਨ ਕਰੀਏ ਜੀ। ਧੰਨ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਨੇ ਇਹ ਜੋ ਬਚਨ ਸਾਡੀ ਝੋਲੀ ਪਾਇਆ ਹੈ, ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਇਹ ਬਚਨ 4 ਪਦਿਆਂ ਦਾ 4 ਬੰਦਾਂ ਵਾਲਾ ਬਚਨ ਹੈ। 4 ਪਦੇ ਨੇ ਤੇ 4 ਹੀ ਇਹਦੇ ਵਿੱਚ ਰਹਾਉ ਦੀਆਂ ਪੰਕਤੀਆਂ 4 ਵਾਰੀ ਆਈਆਂ ਨੇ। ਸਾਰੇ ਰਹਾਉ ਦੇ ਵਿੱਚ ਜੋ ਬਚਨ ਮਹਾਰਾਜ ਨੇ ਸਾਨੂੰ ਸਮਝਾਏ ਨੇ, ਕੇਂਦਰੀ ਭਾਵ ਜੋ ਹੈ ਉਹਦਾ ਪ੍ਰਸੰਗ ਇੱਕੋ ਹੀ ਹੈ, ਉਸ ਉਪਦੇਸ਼ ਦੀ ਭਾਵਨਾ ਇੱਕੋ ਹੀ ਹੈ। ਵੱਖ-ਵੱਖ ਪੱਖਾਂ ਤੋਂ ਮਹਾਰਾਜ ਨੇ ਉਸ ਨੂੰ ਸਾਡੇ ਲਈ ਬਖਸ਼ਿਸ਼ ਕੀਤਾ। ਪਹਿਲੇ ਬੰਦ ਵਿੱਚ ਮਹਾਰਾਜ ਨੇ ਜੋ ਅਸੀਂ ਰੋਜ਼ ਸਰੀਰਕ ਲੋੜ ਨੂੰ, ਸਰੀਰਕ ਭੁੱਖ ਨੂੰ, ਪਿਆਸ ਨੂੰ ਪੂਰੀਆਂ ਕਰਨ ਦੇ ਲਈ ਭੋਜਨ ਛਕਦੇ ਹਾਂ, ਤਰ੍ਹਾਂ ਤਰ੍ਹਾਂ ਦੇ ਪਦਾਰਥ, ਭਾਵੇਂ ਉਹ ਪੀਣ ਵਾਲੇ ਖਾਣ ਵਾਲੇ, ਉਹਨਾਂ ਨੂੰ ਪ੍ਰਮਾਣ ਰੂਪ ਦੇ ਵਿੱਚ ਆਧਾਰ ਬਣਾ ਕੇ ਨਾਮ ਸਿਮਰਨ ਦੀ ਮਹਿਮਾ ਜੀਵਨ ਦਾ ਆਧਾਰ, ਸੁਰਤੀ ਦਾ ਆਧਾਰ, ਮਨ ਦਾ ਆਧਾਰ, ਆਤਮਾ ਦਾ ਆਧਾਰ ਨਾਮ ਰੂਪੀ ਭੋਜਨ ਨੂੰ ਬਣਾਉਣ ਦੀ ਆਗਿਆ ਕੀਤੀ ਹੈ। ਸਰੀਰ ਦੀਆਂ ਭੁੱਖਾਂ ਦੁਨੀਆ ਦੇ ਪਦਾਰਥਾਂ ਨਾਲ, ਭੋਜਨ ਨਾਲ ਹੋ ਜਾਂਦੀਆਂ ਨੇ ਪੂਰੀਆਂ, ਪਰ ਮਨ ਦਾ ਰਜੇਵਾਂ, ਆਤਮਾ ਦੀ ਤ੍ਰਿਪਤੀ ਉਸ ਸਰੀਰ ਸੰਸਾਰਕ ਪਦਾਰਥਾਂ ਦੇ ਨਾਲ, ਭੋਜਨ ਦੇ ਨਾਲ ਨਹੀਂ ਹੁੰਦੀ। ਭਾਵੇਂ ਕਿ ਗੁਰੂ ਸਾਹਿਬ ਨੇ ਦੋਨੋਂ ਤਰ੍ਹਾਂ ਦੇ ਲੰਗਰਾਂ ਨੂੰ ਲੰਗਰ ਆਖ ਕੇ ਮਹਾਨਤਾ ਦਿੱਤੀ ਹੈ, ਇਸ ਦੀ ਲੋੜ ਨੂੰ ਪ੍ਰਵਾਨ ਕੀਤਾ ਹੈ। ਇਸੇ ਕਰਕੇ ਗੁਰੂ ਘਰਾਂ ਦੇ ਵਿੱਚ ਸ਼ਬਦ ਦਾ ਲੰਗਰ ਤੇ ਭੋਜਨ ਦਾ ਲੰਗਰ ਇਹ ਨਾਲ ਨਾਲ ਚੱਲਿਆ ਹੈ। ਪਰ ਮਹਾਰਾਜ ਕਹਿੰਦੇ ਭਈ ਤੁਹਾਡੇ ਜੀਵਨ ਦੇ ਵਿੱਚ ਜਿਹੜੀ ਸਦੀਵੀ ਆਨੰਦ ਦੀ ਤੁਸੀਂ ਆਪਣੇ ਅੰਦਰ ਇੱਛਾ ਰੱਖਦੇ ਹੋ, ਇੱਕ ਬੇਪਰਵਾਹੀ ਵਿੱਚ, ਇੱਕ ਅਡੋਲਤਾ ਵਿੱਚ, ਇੱਕ ਟਿਕਾਓ ਵਿੱਚ ਜੀਵਨ ਜਿਉਣ ਦੀ ਜਿਹੜੀ ਤੁਹਾਡੀ ਸਭ ਤੋਂ ਪ੍ਰਬਲ ਇੱਛਾ ਹੈ ਕਿ ਜੀਵਨ ਦਾ ਲੰਘ ਰਿਹਾ ਸਮਾਂ ਸੁਖ ਸ਼ਾਂਤੀ ਵਿੱਚ, ਆਨੰਦ ਵਿੱਚ ਬਤੀਤ ਹੋਵੇ, ਉਹਦੇ ਲਈ ਜਿਸ ਭੋਜਨ ਦੀ, ਜਿਸ ਪਦਾਰਥ ਦੀ ਲੋੜ ਹੈ, ਉਹ ਕਰਤਾ ਪੁਰਖ ਵਾਹਿਗੁਰੂ ਜੀ ਦੀ ਸ਼ੁਕਰਾਨੇ ਭਰੀ
ਪਿਆਰ ਭਰੀ ਯਾਦ ਹੈ। ਉਹ ਸੰਸਾਰਕ ਪਦਾਰਥਾਂ ਦੇ ਭੋਜਨ ਨਾਲ ਤ੍ਰਿਪਤ ਨਹੀਂ ਹੋਣੀ, ਉਹਦੇ ਨਾਲ ਇਹ ਤ੍ਰਿਪਤੀ ਮਿਲਣੀ ਹੈ। ਉਹਦੇ ਲਈ ਸਾਡੇ ਕੋਲ ਮਹਾਰਾਜ ਨੇ ਗੁਰ ਸ਼ਬਦ ਦੀ ਦਾਤ ਦਿੱਤੀ ਹੈ ਅਤੇ ਆਖਿਆ ਕਿ ਇਸ ਗੁਰ ਸ਼ਬਦ ਦੇ ਨਾਲ ਜੁੜ ਕੇ ਵਾਹਿਗੁਰੂ ਜੀ ਦੀਆਂ ਚੰਗਿਆਈਆਂ ਦਾ ਬੋਧ ਹਾਸਲ ਕਰੋ, ਸਤਸੰਗ ਵਿੱਚ ਮਿਲ ਬੈਠੋ, ਵਾਹਿਗੁਰੂ ਦੇ ਪਿਆਰਿਆਂ ਨਾਲ ਮਿਲ ਬੈਠੋ। ਇਹ ਜਿਹੜਾ ਮਨ ਦੁਨਿਆਵੀ ਬਿਰਤੀਆਂ ਦੇ ਵਿੱਚ, ਦੁਨਿਆਵੀ ਰੰਗ ਤਮਾਸ਼ਿਆਂ ਵਿੱਚ, ਚਸਕੀਆਂ ਦੇ ਵਿੱਚ ਖਚਿਤ ਹੋਇਆ ਹੋਇਆ ਹੈ, ਅਤੇ ਫਿਰ ਇਹ ਭੁੱਖਾਂ ਨੂੰ ਗੈਰ ਕੁਦਰਤੀ ਰੂਪ ਦੇ ਕੇ ਤ੍ਰਿਸ਼ਨਾਲੂ ਬਿਰਤੀ ਵਿੱਚ ਚਲਾ ਗਿਆ। ਇਸ ਨੂੰ ਉਸ ਭਟਕਣਾ ਤੋਂ, ਬੇਚੈਨੀ ਤੋਂ ਬਚਾਉਣ ਲਈ, ਇਹਦੇ ਅੰਦਰ ਟਿਕਾਓ ਲਿਆਉਣ ਲਈ ਗੁਰ ਸ਼ਬਦ ਦੇ ਪਹਿਰੇ ਵਿੱਚ ਲਿਆਓ, ਗੁਰ ਸ਼ਬਦ ਦੀ ਸੰਗਤ ਵਿੱਚ ਲਿਆਓ, ਗੁਰ ਸ਼ਬਦ ਨਾਲ ਜੁੜੇ ਹੋਏ ਪਿਆਰਿਆਂ ਦੀ ਸੰਗਤ ਵਿੱਚ ਮਿਲ ਬੈਠੋ। ਇੱਥੋਂ ਫਿਰ ਤੁਹਾਨੂੰ ਅਗਵਾਈ ਮਿਲੇਗੀ ਆਪਣੇ ਮਨ ਨੂੰ, ਆਪਣੀ ਸੁਰਤੀ ਨੂੰ ਦੁਨਿਆਵੀ ਰੰਗ ਤਮਾਸ਼ਿਆਂ ਵੱਲੋਂ ਹਟਾ ਕੇ ਵਾਹਿਗੁਰੂ ਜੀ ਦੀ ਸ਼ੁਕਰਾਨੇ ਭਰੀ ਪਿਆਰ ਯਾਦ ਨਾਲ ਜੁੜਨ ਦੀ। ਅੱਜ ਸਾਡਾ ਧਿਆਨ ਦੁਨਿਆਵੀ ਰੰਗ ਤਮਾਸ਼ਿਆਂ ਵਿੱਚ, ਦੁਨਿਆਵੀ ਖਾਣ ਪੀਣ ਪਹਿਨਣ ਵਾਲੇ ਪਾਸੇ, ਦੁਨਿਆਵੀ ਸਵਾਰੀਆਂ, ਦੁਨਿਆਵੀ ਮਹਿਲ ਮਾੜੀਆਂ ਦੀ ਪ੍ਰਾਪਤੀ ਵਾਲੇ ਪਾਸੇ ਲੱਗਿਆ। ਤ੍ਰਿਪਤ ਨਹੀਂ ਹੁੰਦਾ, ਮਿਲ ਵੀ ਜਾਂਦਾ ਬਹੁਤ ਕੁਛ, ਪਰ ਹੋਰ ਹੋਰ ਦੀ ਮੰਗ ਉੱਠਦੀ ਰਹਿੰਦੀ ਹੈ, ਅਤੇ ਉਹ ਹੋਰ ਹੋਰ ਦੀ ਮੰਗ ਜਿਹੜੀ ਹੈ ਉਹ ਸਾਡੇ ਅੰਦਰ ਟਿਕਾਓ ਨਹੀਂ ਆਉਣ ਦਿੰਦੀ। ਦਿਨੇ ਰਾਤ ਦੌੜ ਭੱਜ ਲੱਗੀ ਰਹਿੰਦੀ ਹੈ, ਸ਼ੋਰੋ ਗੁਲ ਹੋਰ ਹੋਰ ਦਾ ਪਿਆ ਰਹਿੰਦਾ। ਮਹਾਰਾਜ ਕਹਿੰਦੇ ਉਹ ਗੱਲ ਫਿਰ ਤੁਹਾਡੇ ਭਾਵੇਂ ਖਾਣ ਪੀਣ ਦੀ ਹੋਵੇ, ਭਾਵੇਂ ਉਹ ਤੁਹਾਡੇ ਪਹਿਨਣ ਦੀ ਹੋਵੇ, ਸਰੀਰ ਨੂੰ ਕੱਜਣ ਦੀ ਹੋਵੇ, ਭਾਵੇਂ ਉਹ ਫਿਰ ਸਰੀਰ ਨੂੰ ਰਹਿਣ ਬਸੇਰੇ ਦੀ ਹੋਵੇ, ਘਰ ਦੀ ਹੋਵੇ, ਅਤੇ ਭਾਵੇਂ ਇਹ ਦੁਨਿਆਵੀ ਸਵਾਰੀਆਂ ਜਿਹੜੀਆਂ ਆਉਣ ਜਾਣ ਦਾ ਸਾਧਨ ਨੇ ਇਹ ਹੋਣ। ਇਹ ਸਾਰਿਆਂ ਦੀ ਜਿਹੜੀ ਮੰਗ ਹੈ ਨਾ, ਹੋ ਜਾਣੀ ਚਾਹੀਦੀ ਹੈ ਪੂਰੀ। ਮਿਹਨਤ ਕਰੋ, ਕਿਰਤ ਕਰੋ, ਮਹਾਰਾਜ ਕਹਿੰਦੇ ਸੁਕ੍ਰਿਤ ਕਰੋ, ਉਦਮ ਕਰਦਿਆਂ, ਪੁਰਸ਼ਾਰਥ ਕਰਦਿਆਂ, ਸਤਿਗੁਰੂ ਦੇ ਭਰੋਸੇ ਵਿੱਚ ਝੋਲੀ ਅੱਡਦਿਆਂ ਮੰਗੋ, ਮਿਲ ਜਾਵੇ। ਪਰ ਇਹਦੇ ਵਿੱਚ ਤ੍ਰਿਪਤ ਹੋਣਾ ਸਿੱਖੋ। ਨਹੀਂ ਆਉਂਦੀ ਸਾਨੂੰ ਤ੍ਰਿਪਤੀ, ਨਹੀਂ ਆਉਂਦਾ ਰਜੇਵਾਂ। ਇੱਕ ਚੀਜ਼ ਮਿਲ ਜਾਂਦੀ ਹੈ, ਦੂਜਿਆਂ ਵੱਲ ਦੇਖ ਕੇ ਫਿਰ ਉਸ ਤੋਂ ਵੀ ਵੱਧ ਪ੍ਰਾਪਤ ਕਰਨ ਦੀ। ਮਹਾਰਾਜ ਕਹਿੰਦੇ ਫਿਰ ਇਹ ਪਰ ਹੀ ਕੋ ਲੁਜੀ ਹੈ ਦੀ ਜਿਹੜੀ ਬਿਰਤੀ ਹੈ ਨਾ, ਇਹ ਸਾਡੇ ਜੀਵਨ ਦੇ ਵਿੱਚ ਟਿਕਾਓ ਨਹੀਂ ਆਉਣ ਦਿੰਦੀ। ਜੀਵਨ ਮੁੱਕ ਜਾਂਦਾ ਹੈ, ਇਹ ਭੁੱਖਾਂ ਨਹੀਂ ਮੁੱਕਦੀਆਂ, ਬੇਚੈਨੀ ਨਹੀਂ ਮੁੱਕਦੀ, ਇਹਦੇ ਵਾਸਤੇ ਕੀਤੀ ਹੋਈ ਦੌੜ ਭੱਜ ਜਿਹੜੀ ਹੈ ਉਹ ਨਹੀਂ ਮੁੱਕਦੀ। ਜੀਵਨ ਦਾ ਸਮਾਂ ਆਨੰਦ ਵੀ ਹੋਣਾ ਹੀ ਰਹਿ ਜਾਂਦਾ ਹੈ। ਸਾਹਿਬ ਜੀ ਕਹਿੰਦੇ ਜਿੱਥੇ ਵੀ ਨਾਮ ਵੀ ਹੋਣੀ, ਵਾਹਿਗੁਰੂ ਜੀ ਦੇ ਪਿਆਰ ਯਾਦ ਤੋਂ ਵੀ ਹੋਣੀ ਜ਼ਿੰਦਗੀ ਹੋਏਗੀ, ਉੱਥੇ ਇਸੇ ਤਰ੍ਹਾਂ ਦੀ ਬੇਚੈਨੀ ਬਣੀ ਰਹੇਗੀ। ਤਾਂ ਹੀ ਮਹਾਰਾਜ ਕਹਿੰਦੇ ਮੈਂ ਦੇਖਦਾ ਚਿੰਤਤ ਹੀ ਦੀਸੈ ਸਭ ਕੋਏ। ਇਹ ਸੰਸਾਰ ਚਿੰਤਾਤੁਰ ਹੋ ਕੇ ਜਿਉ ਰਿਹਾ, ਇਸ ਕਰਕੇ ਜਿਉ ਰਿਹਾ ਕਿ ਇਹਨੂੰ ਜਿਉਣ ਦੀ ਜਾਚ ਨਹੀਂ ਆ ਰਹੀ। ਇਸ ਸ਼ਬਦ ਦੇ ਰਾਹੀਂ ਗੁਰੂ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਨੇ ਇੱਕ ਇਹੋ ਜਿਹੀ ਸੁਚੱਜੀ ਗੁਰਮਤ ਜੀਵਨ ਜੁਗਤ ਦੀ ਅਗਵਾਈ ਸਾਨੂੰ ਬਖਸ਼ਿਸ਼ ਕੀਤੀ ਹੈ, ਸੋਝੀ ਕਰਵਾਈ, ਜਿਹਦੇ ਅਪਣਾਉਣ ਨਾਲ, ਜਿਸ ਗੁਰਮਤ ਜੀਵਨ ਜੁਗਤ ਨੂੰ ਮਨ ਵਚਨ ਕਰਮ ਕਰਕੇ ਦ੍ਰਿੜ ਕਰਨ ਦੇ ਨਾਲ ਸਾਨੂੰ ਉਸ ਤਰ੍ਹਾਂ ਦਾ ਜੀਵਨ ਜਿਉਣ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ, ਜਿਸ ਗੁਰਮਤ ਅਨੁਸਾਰੀ ਜੀਵਨ ਨੂੰ ਜਿਉ ਕੇ ਅਸੀਂ ਸ਼ਿਕਵਿਆਂ ਵਿੱਚੋਂ ਨਿਕਲ ਕੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਾਲੀ ਪਿਆਰ ਯਾਦ ਵਿੱਚ ਤੂੰ ਹੀ ਤੇਰਾ ਤੇਰਾ, ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ, ਸ਼ੁਕਰ ਹੈ, ਇਸ ਮਨੋ ਅਵਸਥਾ ਦੇ ਧਾਰਨੀ ਬਣ ਸਕਦੇ ਹਾਂ। ਇਹ ਗੁਰਮਤ ਜੀਵਨ ਜੋਤ ਜਿਹੜੀ ਸਾਡੇ ਖਾਣ ਪੀਣ ਪਹਿਨਣ ਸਵਾਰੀਆਂ ਨਾਲ ਅਤੇ ਰਹਿਣ ਬਸੇਰਿਆਂ ਨਾਲ, ਘਰਾਂ ਨਾਲ ਸੰਬੰਧਿਤ ਹੈ, ਜਿਹੜੀਆਂ ਸਾਡੀਆਂ ਮੂਲ ਲੋੜਾਂ ਨੇ, ਮਹਾਰਾਜ ਨੇ ਉਹਦੀ ਚਰਚਾ ਕਰਦਿਆਂ ਉਸ ਗੁਰਮਤ ਜੀਵਨ ਜੁਗਤ ਦਾ ਵਰਣਨ ਇਸ ਸ਼ਬਦ ਵਿੱਚ ਕੀਤਾ। ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸਾਹਿਬ ਨੇ ਜਿਹੜੇ 4 ਰਹਾਉ ਦੇ ਬਚਨ ਸਾਡੇ ਨਾਲ ਸਾਂਝੇ ਕੀਤੇ, ਉਹਦੇ ਵਿੱਚ ਗੁਰੂਦੇਵ ਇਹ ਗੱਲ ਸਾਨੂੰ ਹਲੂਣਾ ਦੇ ਕੇ, ਝੰਜੋੜਦਿਆਂ ਹੋਇਆਂ, ਸੁਚੇਤ ਕਰਦਿਆਂ ਹੋਇਆਂ ਬਖਸ਼ਿਸ਼ ਕਰਦੇ ਨੇ। ਪਹਿਲੇ ਰਹਾਉ ਦੇ ਬੰਦ ਵਿੱਚ ਪੰਕਤੀ ਵਿੱਚ ਸਾਹਿਬ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ
मन में चलें विकार। भलिओ सत्कार नाल लफ्ज़ वरतिया है बाबा। ये गुरु का उपकार है साडे ते। साडे लई महाराज हमेशा ही सत्कार भरे लफ्ज़ वरतदे। चल के आया ना गुरु नाल एक मित्रताई वाला रिश्ता, प्यार भरिया रिश्ता बनाउण दी रीझ लैके अपने जीवन नूं दुखां चिंतावां चों कढ के आनंद की अवस्था विच लैण लई भरोसा करके गुरु कोल चल के आए हाँ। साडा चलना गुरु ने प्रवान किया, साडा चल के आउणा, साडा गुरु दे सामने झोली अड्डना, इनू गुरु ने सत्कार नाल, प्यार नाल, अपनत नाल अनुभव करदिआं सानूं ये बचन कीते। भलिओ गुरु दर ते आउण वालिओ, गुरु की संगत करन वालिओ, इस गल नूं चेते रखो। वाहिगुरु जी दे नाम नाल जुड़ के दुनिया दे खाण पीण दे पदार्थ मेहनत करके सुकृत करके प्राप्त करोगे, तुहाडे जीवन दे विच खुआरी नहीं आएगी। तुहाडीआं बिरतियां कदी तृष्णालू नहीं होणगीਆਂ, होर होर दी बिरती तुहाडे अंदर नहीं आएगी। जे ये सारा उद्यम करदिआं होइआं पदार्थां दी प्राप्ति दे लई मेहनत करदिआं होइआं जे नाल नाल वाहिगुरू जी दे नाम सिमरन नूं याद रखोगे, ये नाम पदार्थ नूं चखण दी भुख जगा के अपने अंदर साचा नाम की लागै भूख दी अवस्था चेतना अपने अंदर बना के रखोगे तो उत भूख है खाए चलिए दुख, जीवन विच दुख चिंतावां नहीं आउणगीਆਂ, तृष्णा तुहानूं भटकाएगी नहीं। पर जे करता पुरख वाहिगुरू जी दे नाम सिमरन नूं छड्ड के इन्हां पदार्थां नूं प्राप्त करन दे विच ते फिर इन्हां दे मालक बन के इन्हां ते काबज़ हो के दुनिया वाल देख के दुनिया तो अगे निकल के होर होर दी मंग करोगे तो फिर इहदे विचों मिलण वालियां जिहड़ियां खुशियां ने वो होणगीਆਂ थोड़ चिरियां होणगीਆਂ, पर नाल ही खुआरी लैके आउणगीਆਂ, चिंतावां लैके आउणगीਆਂ। प्राप्त करोगे पर वो प्राप्ति दे विचों मिलण वाली खुशी सदीवी खुशी, रूहानी खुशी नहीं होवेगी। उहदे विच किते ना किते खुआरी दी, भटकणा दी, बेचैनी दी, अशांति दी संभावना बनी होवेगी। इहदा खुलासा महाराज इशारतन इस शब्द विच भी करदे ते बाणी दे विच महाराज ने थां थां ते कीता। बाबा होर खाना खुशी खुआर वाहिगुरू जी दे नाम भोजन नूं चखण तो बगैर होर जो कुछ भी इत्थे खाधा पीता जाएगा, महाराज कहंदे उहदे विचों जिहड़ी खुशी लभदे हो वो खुशी थोड़ चिरी ते हो सकती है, पर उस दा अंतिम नतीजा वो खुआरी भटकना बेचैनी हुंदा है। इस करके गुरुदेव कहते की करो कि तुहानूं ये पदार्थ प्राप्त करदे आ, ये पदार्थां नूं भोगदे आ, सदीवी आनंद मिले। तुहाडीआं जिहड़ियां मन दीआं भुखां ने, जिद्दां मैं कल बेनती कीती सी, शरीर दी भुख ते मिट जांदी है, मन दी भुख नहीं मिटदी। शरीर भोजन दी जिन्नी लोड़ है वो प्राप्त हो जाए तो फिर कहंदा नहीं बस मिट गई भुख, पर मन ना रजे, नीयत ना रजे तो ये भुखां चस्के बन जांदियां ने, जीभ दे बेथवे बेसंजमे रसकस बन जांदियां ने। ते महाराज कहंदे फिर ये दुनियावी रसां कसां दे अधीन शुकराने तो बिना इन्हां भोजनां नूं प्राप्त करके छकना। दातार जी कहंदे जेते रस शरीर के तेते लगै दुख, ये फिर बेसंजमियां होइयां होइयां भुखां तुहाडे शरीर नूं भी रोगी करदियां। जित खाधा है तन पीड़ी है, मन में चलै विकार, मन नूं विकारी बिरतियां विच लै जांदियां ने। बेसंजमे हो के खाधा होया भुंजिया होया भोजन जिहड़ा है वो शरीर नूं रोगी करदा है। संजम नहीं है ना, नीयत नहीं रजी, तो महाराज कहंदे ये नीयत रज जावे, मन रज जावे, शरीर दियां लोड़ां संजम विच रहण, बेसंजमियां ना होण, ध्यानापन अवेसलापन ना आवे। इहदे लई नाल नाल गुरमत जीवन जुगत नूं अपने अंदर दृढ़ करो। की करो? साहब जी बचन करदे, सब रस मिठे मन्निया सुनिया सलोणा।
ਵਿਸਥਾਰ ਕਰਦੇ ਹੈ। ਕਹਿੰਦੇ ਕਿੰਨੇ ਤਰ੍ਹਾਂ ਦੇ ਰਸ ਨੇ ਭੋਜਨਾਂ ਦੇ ਵਿੱਚ। ਪਹਿਲਾਂ ਤਾਂ ਕਿੰਨੇ ਤਰ੍ਹਾਂ ਦੇ ਪਕਵਾਨ, ਉਹੀ ਅੰਨ ਹੁੰਦਾ ਹੈ, ਉਹੀ ਪਾਣੀ ਹੁੰਦਾ ਹੈ, ਉਹੀ ਮਸਾਲੇ ਹੁੰਦੇ ਨੇ, ਉਹੋ ਹੀ ਸਬਜ਼ੀਆਂ ਦਾਲਾਂ ਹੁੰਦੀਆਂ। ਉਹਨਾਂ ਨੂੰ ਅਸੀਂ ਵੱਖਰੇ ਵੱਖਰੇ ਰੂਪ ਦੇ ਕੇ 36 ਭੋਜਨ, ਇਹ ਇੱਕ ਮੁਹਾਵਰਾ ਹੈ, 36 ਪ੍ਰਕਾਰ ਦੇ ਭੋਜਨ। ਕੋਈ ਜ਼ਰੂਰੀ ਨਹੀਂ ਹੈ ਕਿ 36 ਹੋਣ, ਘੱਟ ਵੀ ਹੋ ਸਕਦੇ ਆ, ਵੱਧ ਵੀ ਹੋ ਸਕਦੇ ਹੈ। ਉਹਨਾਂ ਹੀ ਪਦਾਰਥਾਂ ਤੋਂ ਅਣਗਿਣਤ ਤਰ੍ਹਾਂ ਦੇ ਪਕਵਾਨ ਬਣਾਈ ਜਾਂਦੇ ਪਏ ਨੇ ਲੋਕ। ਪਰ ਪਾਤਸ਼ਾਹ ਕਹਿੰਦੇ ਜਿੰਨੇ ਵੀ ਤਰ੍ਹਾਂ ਦੇ ਪਕਵਾਨ ਨੇ ਉਹਨਾਂ ਦੇ ਫਿਰ ਵੱਖਰੇ ਵੱਖਰੇ ਤੁਸੀਂ ਸਵਾਦ, ਕੋਈ ਖੱਟਾ ਹੈ, ਕੋਈ ਮਿੱਠਾ ਹੈ, ਕੋਈ ਲੂਣ ਵਾਲਾ, ਕੋਈ ਕਸੈਲ, ਵੱਖਰੇ ਵੱਖਰੇ ਰਸਾਂ ਦੇ। ਤੇ ਜੀਭ ਇਹਨਾਂ ਸਾਰੇ ਰਸਾਂ ਦਾ ਸਵਾਦ ਮਾਣਨ ਦੇ ਸਮਰੱਥ ਹੈ। ਇਹ ਜੀਭ ਦੇ ਰਸਾਂ ਨੂੰ ਹੀ ਤੁਸੀਂ ਆਧਾਰ ਬਣਾ ਕੇ ਇਹ ਵੱਖਰੇ ਵੱਖਰੇ ਤਰੀਕੇ ਦੇ ਪਕਵਾਨ ਬਣਾ ਬਣਾ ਕੇ ਤ੍ਰਿਪਤ ਹੋਣ ਦੀ ਕੋਸ਼ਿਸ਼ ਕਰਦੇ ਹੋ, ਨਹੀਂ ਮਿਲਦੀ ਤ੍ਰਿਪਤੀ, ਮਨ ਨਹੀਂ ਰੱਜਦਾ। ਦਾਤਾਰ ਜੀ ਕਹਿੰਦੇ ਫਿਰ ਕੀ ਕਰਨਾ? ਸਭ ਰਸ ਮਿੱਠੇ, ਮਿੱਠੇ ਪਦਾਰਥ ਚੰਗੇ ਲੱਗਦੇ ਨੇ, ਬੜੇ ਰਸਦਾਇਕ ਨੇ, ਪਰ ਜੇ ਇਹਦੇ ਨਾਲ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਦਿਆਂ, ਪੜ੍ਹਦਿਆਂ, ਗਾਉਂਦਿਆਂ, ਵਿਚਾਰਦਿਆਂ ਮੰਨਣਾ ਆ ਜਾਏ, ਭਾਵ ਉਹਦੇ ਨਾਲ ਮਨ ਪਰਚ ਜਾਵੇ, ਸਾਡਾ ਧਿਆਨ ਭਾਵੇਂ ਭੋਜਨ ਬਣਾਉਣ ਵੇਲੇ, ਪਕਾਉਣ ਵੇਲੇ, ਛਕਣ ਵੇਲੇ ਗੁਰੂ ਦੇ ਸ਼ਬਦ ਵੱਲ ਰਹੇ, ਵਾਹਿਗੁਰੂ ਜੀ ਦੀ ਪਿਆਰ ਯਾਦ ਵੇਲੇ ਰਹੇ, ਉਧਰ ਰਹੇ, ਤਾਂ ਫਿਰ ਉਹ ਸਧਾਰਨ ਪਦਾਰਥ ਨਹੀਂ ਰਹਿੰਦਾ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਉਹ ਗੁਰੂ ਕਾ ਲੰਗਰ ਬਣ ਜਾਂਦਾ ਹੈ। ਉਹਦੇ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਆ ਜਾਂਦੀ ਹੈ। ਉਹ ਭਾਵੇਂ ਦੁਨਿਆਵੀ ਤੌਰ 'ਤੇ ਥੋੜ੍ਹੀ ਚਿਰ ਦੀ ਮਿਠਾਸ ਵਾਲਾ ਹੋਵੇ, ਪਰ ਉਹਦੇ ਵਿੱਚੋਂ ਜੇ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਿਆ ਹੋਇਆ ਮਨ ਸਦੀਵੀ ਆਨੰਦ ਲੈਣਾ ਸਿੱਖੇ, ਤੇ ਮਹਾਰਾਜ ਕਹਿੰਦੇ ਉਹ ਮਿਠਾਸ ਜਿਹੜੀ ਹੈ ਨਾ, ਉਹ ਬੜੀ ਅਕੱਥ ਹੁੰਦੀ ਹੈ, ਉਹ ਬੜੀ ਹੈਰਾਨਕੁੰਨ ਹੁੰਦੀ ਹੈ। ਵਾਹਿਗੁਰੂ ਜੀ ਤੇਰਾ ਸ਼ੁਕਰ ਹੈ, ਬਣਾਉਣ ਲੱਗਿਆਂ ਵੀ ਘਰ ਦੀ ਸਵਾਣੀ, ਲੰਗਰਾਂ ਵਿੱਚ ਕੰਮ ਕਰਨ ਵਾਲੇ ਸੇਵਾਦਾਰ ਜੇ ਉਸ ਤਰੀਕੇ ਨਾਲ ਉਹ ਭੋਜਨ ਨੂੰ ਤਿਆਰ ਕਰਨ, ਉਹ ਭਾਵੇਂ ਮਿੱਠਾ, ਉਹਦੀ ਮਿਠਾਸ ਜਿਹੜੀ ਹੈ ਉਹ ਥੋੜ੍ਹੀ ਚਿਰ ਹੀ ਨਹੀਂ ਰਹੇਗੀ। ਉਹਦੇ ਵਿੱਚੋਂ ਮਿਲਣ ਵਾਲਾ ਆਨੰਦ ਜਿਹੜਾ ਹੈ ਉਹ ਥੋੜ੍ਹੀ ਚਿਰ ਨਹੀਂ ਰਹੇਗਾ, ਬਲਕਿ ਸਦੀਵੀ ਮਿਠਾਸ, ਸਦੀਵੀ ਆਨੰਦ ਵਾਹਿਗੁਰੂ ਜੀ ਦੇ ਸ਼ੁਕਰਾਨੇ ਨਾਲ ਜੁੜਨ ਕਰਕੇ ਤੁਹਾਨੂੰ ਪ੍ਰਾਪਤ ਹੋਵੇਗੀ। ਸਭ ਰਸ ਮਿੱਠੇ ਮੰਨਿਆ ਤੋਂ ਭਾਵ ਮੰਨ ਜਾਵੇ ਤੁਹਾਡਾ ਮਨ ਵਾਹਿਗੁਰੂ ਜੀ ਦੀ ਪਿਆਰ ਯਾਦ ਵਿੱਚ ਗੁਰੂ ਦੇ ਸ਼ਬਦ ਨਾਲ ਜੁੜਨ ਵਾਸਤੇ, ਫਿਰ ਉਹ ਮਿਠਾਸ ਵਿਸਮਾਦੀ ਹੈ। ਸੁਣਿਆ ਸਾਲੋਣੇ, ਸਾਲੋਣੇ ਤੋਂ ਭਾਵ ਸਲੂਣਾ, ਨਮਕੀਨ, ਲੂਣ ਵਾਲੇ ਪਦਾਰਥ। ਕਿਸੇ ਨੂੰ ਮਿੱਠੇ ਚੰਗੇ ਲੱਗਦੇ ਹੈ, ਕਿਸੇ ਨੂੰ ਲੂਣ ਵਾਲੇ ਨਮਕੀਨ ਪਦਾਰਥ ਚੰਗੇ ਲੱਗਦੇ ਹੈ। ਪਾਤਸ਼ਾਹ ਕਹਿੰਦੇ ਛਕੋ, ਪਰ ਇਹ ਲੂਣੇ ਪਦਾਰਥਾਂ ਵਿੱਚੋਂ ਮਿਲਣ ਵਾਲੀ ਵੀ ਜਿਹੜੀ ਖੁਸ਼ੀ ਹੈ, ਜੇ ਉਹਦੇ ਵਿੱਚ ਵਾਹਿਗੁਰੂ ਜੀ ਦਾ ਪਿਆਰ ਹੋਏਗਾ, ਪਿਆਰ ਯਾਦ ਹੋਏਗੀ, ਸ਼ੁਕਰਾਨਾ ਹੋਏਗਾ, ਤਾਂ ਫਿਰ ਉਹ ਸਲੂਣਾ ਭੋਜਨ ਵੀ ਜਿਹੜਾ ਹੈ ਉਹ ਤੁਹਾਨੂੰ ਵਿਕਾਰਾਂ ਵਾਲੇ ਪਾਸੇ, ਰਸਾਂ ਕਸਾਂ ਵਾਲੇ ਪਾਸੇ, ਬੇਸੰਜਮੇ ਪਾਸੇ ਨਹੀਂ ਜਾਣ ਦੇਗਾ। ਉਹ ਜਿੰਨਾ ਕੁ ਲੋੜ ਹੈ ਸਰੀਰ ਦੀ, ਉਹ ਛਕ ਕੇ ਆਨੰਦਿਤ ਹੋਵੋਗੇ, ਸ਼ੁਕਰ ਵਿੱਚ ਜੁੜ ਜਾਓਗੇ। ਇਹ ਜਿਹੜੀ ਸੁਣਿਆ ਸਾਹ ਲਾਉਣਾ, ਸੁਣਨ ਨਾਲ ਵਾਹਿਗੁਰੂ ਜੀ ਦੀ ਸਿਫਤ ਸਲਾਹ, ਗੁਰਬਾਣੀ, ਇਹ ਸੁਣਨ ਨਾਲ ਜਿਹੜਾ ਆਨੰਦ ਮਿਲਣਾ, ਜੇ ਮਨ ਪਤੀਜ ਗਿਆ, ਮਨ ਜੁੜ ਗਿਆ, ਜੁੜੇ ਹੋਏ ਮਨ ਨਾਲ, ਪਿਆਰ ਭਰੇ ਮਨ ਨਾਲ ਵਾਹਿਗੁਰੂ ਜੀ ਦੀ ਸਿਫਤ ਸਲਾਹ ਜੇ ਸੁਣਨੀ ਆ ਜਾਏ, ਤੇ ਉਹ ਸਲੂਣੇ ਭੋਜਨਾਂ ਦਾ ਥੋੜ੍ਹਾ ਚਿਰ ਜਿਹੜਾ ਸੁੱਖ ਹੈ, ਉਹ ਮਨ ਦਾ ਸਦੀਵੀ ਸੁੱਖ ਬਣਨ ਦੀ ਸੰਭਾਵਨਾ ਬਣ ਜਾਂਦੀ। ਖੱਟ ਤੁਰਸ਼ੀ, ਮੁੱਖ ਬੋਲਣਾ, ਖੱਟੇ ਪਦਾਰਥ, ਤੁਰਸ਼ ਤਿੱਖੇ ਪਦਾਰਥ, ਮਿਰਚਾਂ ਇਤਿਆਦ ਤਿੱਖੀਆਂ ਹੁੰਦੀਆਂ। ਮਹਾਰਾਜ ਉਹਨਾਂ ਦਾ ਵਿਸਥਾਰ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ, ਕਿਸੇ ਨੂੰ ਮਿੱਠੇ ਚੰਗੇ ਲੱਗੇ, ਕਿਸੇ ਨੂੰ ਲੂਣੇ ਚੰਗੇ, ਕਿਸੇ ਨੂੰ ਖੱਟੇ, ਕਿਸੇ ਨੂੰ ਤੁਰਸ਼ ਪਦਾਰਥ ਚੰਗੇ। ਪਰ ਇਹਨਾਂ ਦੇ ਨਾਲ ਮਹਾਰਾਜ ਕਹਿੰਦੇ ਖੱਟ ਤੁਰਸ਼ੀ, ਮੁੱਖ ਬੋਲਣਾ, ਮੁੱਖ ਤੋਂ ਵਾਹਿਗੁਰੂ ਜੀ ਸ਼ੁਕਰ ਤੁਹਾਡਾ, ਤੁਸੀਂ ਇਹ ਸਵਾਦਲੇ ਪਦਾਰਥ ਬਖਸ਼ਿਸ਼ ਕੀਤੇ, ਸ਼ੁਕਰ ਹੈ, ਸ਼ੁਕਰ ਹੈ। ਭਾਵੇਂ ਉਹ ਪਕਾਉਣ ਵੇਲੇ, ਭਾਵੇਂ ਉਹ ਛਕਣ ਵੇਲੇ, ਇਹ ਸਾਡੇ ਘਰਾਂ ਵਿੱਚ ਮਰਿਆਦਾ ਸੀ,
ਅੱਜ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਹੈ ਕਿ ਸ਼ੁਕਰ ਵਿੱਚ ਪਕਾਓ, ਸ਼ਬਦ ਪੜ੍ਹਦਿਆਂ ਪਕਾਓ, ਕੀਰਤਨ ਸੁਣਦਿਆਂ ਪਕਾਓ, ਸ਼ਬਦ ਸੁਣਦਿਆਂ ਪਕਾਓ, ਪਾਠ ਕਰਦਿਆਂ ਪਕਾਓ, ਅਤੇ ਛਕਣ ਵੇਲੇ ਵੀ ਪਹਿਲਾਂ ਇਹ ਧਿਆਨ ਦੇਣਾ, ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ। ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ, ਜਿਨੀ ਗੁਰੂ ਮਨਾਇਆ ਰੱਜ ਰੱਜ ਸੇਈ ਖਾਹੇ। ਇਹ ਪੜ੍ਹਦੇ ਤ੍ਰਿਪਤੀ ਆ ਜਾਏ, ਸਦੀਵੀ ਤ੍ਰਿਪਤੀ ਆ ਜਾਏ। ਖੱਟ ਤੁਰਸ਼ੀ ਮੁਖ ਬੋਲਣਾ, ਮਾਰਨ ਨਾਦ ਕੀਏ। ਮਾਰਨ ਉਹਨਾਂ ਨੂੰ ਸਵਾਦਲਾ ਬਣਾਉਣ ਵਾਸਤੇ, ਭਾਵੇਂ ਉਹ ਖੱਟੇ ਨੇ, ਭਾਵੇਂ ਉਹ ਮਿੱਠੇ ਨੇ, ਭਾਵੇਂ ਸਲੂਣੇ ਨੇ, ਉਹਨਾਂ ਨੂੰ ਅਸੀਂ ਮਾਰਨ ਭਾਵ ਮਸਾਲੇ ਪਾਉਨੇ ਆ ਵਿੱਚ। ਮਾਰਨ ਤੋਂ ਅਰਥ ਮਸਾਲੇ, ਉਹਨਾਂ ਨੂੰ ਸਵਾਦਲਾ ਬਣਾਉਣ ਵਾਸਤੇ। ਮਹਾਰਾਜ ਕਹਿੰਦੇ ਇਹ ਮਸਾਲੇ ਕੀ ਨੇ? ਮਾਰਨ ਨਾਦ ਕੀਏ। ਨਾਦ ਕਹਿੰਦੇ ਸੰਗੀਤ ਨੂੰ। ਪਾਤਸ਼ਾਹ ਕਹਿੰਦੇ ਭਾਵੇਂ ਤੁਸੀਂ ਪਾਠ ਕਰੋ, ਭਾਵੇਂ ਸੁਣੋ, ਕੀਰਤਨ ਕਰੋ, ਸੁਣੋ। ਨਾਦ ਕੀਏ ਤੋਂ ਭਾਵ ਹੈ ਸੰਗੀਤ 'ਤੇ ਆਧਾਰਿਤ ਵਾਹਿਗੁਰੂ ਜੀ ਦੀ ਸਿਫਤ ਸਲਾਹ, ਜਿਸ ਨੂੰ ਅਸੀਂ ਕੀਰਤਨ ਆਖਦੇ ਹਾਂ, ਜਿਹੜੇ ਅਸੀਂ ਸੁਣ ਕੇ ਹਟੇ ਹਾਂ। ਮਹਾਰਾਜ ਕਹਿੰਦੇ ਕੀਰਤਨ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਪਾਠ ਕਰਦੇ ਹਾਂ, ਪਾਠ ਸੁਣਦੇ ਹਾਂ। ਜਦੋਂ ਤੁਸੀਂ ਇਹਨਾਂ ਪਦਾਰਥਾਂ ਨੂੰ, ਭਾਵੇਂ ਉਹ ਮਿੱਠੇ ਨੇ, ਸਲੂਣੇ ਨੇ, ਖੱਟੇ ਨੇ, ਤਿੱਖੇ ਨੇ, ਉਹ ਬਣਾ ਕੇ ਛਕਦੇ ਹੋ, ਨਾਲ ਨਾਲ ਇਹ ਤੁਹਾਡੇ ਅੰਦਰ ਸਿਫਤ ਸਲਾਹ ਚੱਲਦੀ ਹੈ, ਤਾਂ ਦਾਤਾਰ ਜੀ ਕਹਿੰਦੇ ਫਿਰ ਇਹਨਾਂ ਵਿੱਚੋਂ ਮਿਲਣ ਵਾਲੀ ਖੁਸ਼ੀ ਸਦੀਵੀ ਤ੍ਰਿਪਤੀ ਵਾਲੇ ਪਾਸੇ ਤੁਹਾਨੂੰ ਲੈ ਜਾਏਗੀ, ਇਹਨਾਂ ਵਿੱਚੋਂ ਖੁਆਰੀ ਨਹੀਂ ਨਿਕਲੇਗੀ। ਹੁਣ ਇਹ ਗੱਲ ਸਮਝਣ ਵਾਲੀ ਹੈ, ਸਮਾਂ ਸੀਮਤ ਹੈ। ਇਹ ਇੱਕ ਇੱਕ ਬੰਦ ਪੂਰਾ ਪੂਰਾ ਵਿਸਥਾਰ ਮੰਗਦਾ ਹੈ। ਕਿੱਥੇ ਕਿੱਥੇ ਸਾਡੇ ਕੋਲੋਂ ਕਮੀਆਂ ਰਹਿ ਜਾਂਦੀਆਂ ਨੇ। ਅਸੀਂ ਭੁੱਖਾਂ ਨੂੰ, ਸਰੀਰ ਦੀਆਂ ਲੋੜਾਂ ਤੱਕ ਨਹੀਂ, ਉਸ ਨੂੰ ਜਦੋਂ ਬੇਸੰਜਮੇ ਚਸਕਿਆਂ ਵਿੱਚ ਲੈ ਜਾਂਦੇ ਹਾਂ, ਰੱਬ ਤੇ ਭੁੱਲ ਜਾਂਦਾ ਹੈ। ਦੁਨੀਆ ਦੇ ਇਹ ਪਦਾਰਥਾਂ ਵੱਲ ਸਾਡਾ ਧਿਆਨ, ਉਹਨਾਂ ਦੇ ਘਰ ਇਹ ਬਣਦਾ ਪਿਆ, ਉਹਨਾਂ ਕੋਲ ਇੰਨੇ ਪਦਾਰਥ, ਉਹਨਾਂ ਨੇ ਵਿਆਹ ਦੇ ਵਿੱਚ ਇੰਨੇ ਪਦਾਰਥ ਬਣਾਏ, ਫਲਾਣੇ ਨੇ ਮੁੰਡਾ ਜੰਮਣ ਤੇ ਇਹ ਕੁਛ ਬਣਾਇਆ, ਅਸੀਂ ਉਹਦੇ ਨਾਲੋਂ ਇਹ ਵੱਧ ਕਰਨਾ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਅਸੀਂ ਕੌਣ ਹੁੰਦੇ ਹਾਂ, ਭਾਵੇਂ ਕਰਜ਼ੇ ਚੁੱਕ ਕੇ ਹੀ ਕਰਨਾ। ਬਹੁਤ ਵਿਸਥਾਰ ਹੈ ਇਹਨਾਂ ਗੱਲਾਂ ਦਾ। ਫਿਰ ਮਹਾਰਾਜ ਕਹਿੰਦੇ ਉਹਨਾਂ ਵਿੱਚੋਂ ਖੁਆਰੀਆਂ ਨਿਕਲਦੀਆਂ। ਜਦੋਂ ਤੁਸੀਂ ਦੁਨੀਆ ਵੱਲ ਦੇਖ ਕੇ ਤੇ ਆਪਣੀਆਂ ਅੰਦਰ ਦੀਆਂ ਮਨੋਬਿਰਤੀਆਂ ਨੂੰ ਬੇਸੰਜਮੇ ਕਰਕੇ ਇਹਨਾਂ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਦੌੜ ਭੱਜ ਵਿੱਚ ਪੈਂਦੇ ਹੋ, ਤੇ ਫਿਰ ਇਹਨਾਂ ਨੂੰ ਛਕਣ ਵੇਲੇ ਫਿਰ ਤੁਹਾਨੂੰ ਗੁਰੂ ਚੇਤੇ ਨਹੀਂ ਰਹਿੰਦਾ, ਵਾਹਿਗੁਰੂ ਜੀ ਦਾ ਸ਼ੁਕਰਾਨਾ ਚੇਤੇ ਨਹੀਂ ਰਹਿੰਦਾ, ਤਾਂ ਇਹ ਬੇਸੰਜਮਾ ਬੇਧਿਆਨਾ ਜੀਵਨ ਜਿਹੜਾ ਹੈ ਨਾ, ਤੁਹਾਨੂੰ ਸਦੀਵੀ ਆਨੰਦ ਦੀ ਪ੍ਰਾਪਤੀ ਵੱਲ ਨਹੀਂ ਲੈ ਕੇ ਜਾਂਦਾ। ਇਹ ਰਸਕਸ ਹੀ ਰਹਿ ਜਾਂਦੇ ਹੈ। ਜੀਭ ਕਦੀ ਵੀ ਰੱਜਦੀ ਨਹੀਂ, ਹੋਰ ਦੀ ਮੰਗ। ਮਹਾਰਾਜ ਕਹਿੰਦੇ ਫਿਰ ਨਿਕਲਦਾ ਦੇ ਇਹਦੇ ਵਿੱਚੋਂ ਵਿਕਾਰੀ ਜੀਵਨ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੈ ਬੇਕਾਰ। ਯਾਦ ਰੱਖੀਏ, ਬੰਦਾ ਭੋਜਨ ਸਾਦਾ ਹੋਵੇ, ਥੋੜਾ ਵੀ ਹੋਵੇ, ਭੁੱਖ ਨਾਲ ਨਹੀਂ ਮਰਦੇ ਬੰਦੇ। ਇੱਥੇ ਜ਼ਿਆਦਾ ਖਾ ਕੇ ਰਸਾਂ ਕਸਾਂ ਵਿੱਚ ਬੇਸੰਜਮੇ ਹੋ ਕੇ ਹੀ ਮਰਦੇ। ਅੱਜ ਜਿੰਨੇ ਹਸਪਤਾਲ ਭਰੇ ਪਏ ਹੈ ਨਾ, ਇਹ ਰੱਜਿਆਂ ਹੋਇਆਂ ਨਾਲ ਹੀ ਭਰੇ ਹੋਏ, ਜਿਨ੍ਹਾਂ ਨੇ ਬੇਸੰਜਮੇ ਹੋ ਕੇ ਭੋਜਨ ਨਾਲ ਸਾਂਝ ਬਣਾਈ। ਝੁੱਗੀਆਂ ਵਿੱਚ ਰਹਿਣ ਵਾਲੇ ਹਸਪਤਾਲਾਂ ਵਿੱਚ ਨਹੀਂ ਲੱਭਣਗੇ ਸਾਨੂੰ, ਭਾਵੇਂ ਉਹਨਾਂ ਨੂੰ, ਮੈਨੂੰ ਖਿਮਾ ਕਰ ਦੇਣਾ ਕਿਉਂਕਿ ਮੈਂ ਆਪਣੇ ਅੱਖੀਂ ਦੇਖਿਆ, ਤੁਸੀਂ ਵੀ ਦੇਖਿਆ ਹੋਣਾ ਹੈ, ਡਸਟਬਿਨਾਂ ਵਿੱਚੋਂ, ਕੂੜੇਦਾਨਾਂ ਵਿੱਚੋਂ ਵੀ ਉਹ ਝੁੱਗੀਆਂ ਵਿੱਚ ਰਹਿਣ ਵਾਲੇ, ਸੜਕਾਂ 'ਤੇ ਰਹਿਣ ਵਾਲੇ, ਆਪਣੀ ਸਰੀਰਕ ਭੁੱਖ ਨੂੰ ਪੂਰੀਆਂ ਕਰਨ ਵਾਸਤੇ ਕੂੜੇਦਾਨਾਂ ਵਿੱਚੋਂ ਵੀ ਪਿਆ ਹੋਇਆ ਸਾਡਾ ਸੁੱਟਿਆ ਹੋਇਆ ਭੋਜਨ ਖਾ ਕੇ ਸੌਂ ਜਾਂਦੇ ਹੈ। ਪਰ ਉਹਨਾਂ ਨੂੰ ਵਾਹਿਗੁਰੂ ਜੀ ਕਿਰਪਾ ਕਰਦੇ ਹੈ, ਸਰੀਰ ਉਹਨਾਂ ਦੇ ਝੱਲ ਲੈਂਦੇ ਹੈ ਉਹ ਸਾਰੇ ਕੁਛ ਨੂੰ। ਅਸੀਂ ਚਸਕਿਆਂ ਵਿੱਚ ਪਿਆ ਹੋਇਆਂ, ਬੇਸੰਜਮਿਆਂ ਹੋਇਆਂ ਨੂੰ ਰੋਗ ਆ ਗ੍ਰਸਦੇ ਹੈ, ਤਨ ਪੀੜੀ ਹੈ, ਅਤੇ ਮਨ ਮੈਂ ਚਲੈ ਵਿਕਾਰ ਦੀ ਬਿਰਤੀ ਸਾਡੇ ਅੰਦਰ। ਪਾਤਸ਼ਾਹ ਕਹਿੰਦੇ ਇਹ ਤੋਂ ਜੇ ਬਚਣਾ ਚਾਹੁੰਦੇ ਹੋ ਤਾਂ ਮਨ ਦੀ ਅਰੋਗਤਾ ਲਈ ਵਾਹਿਗੁਰੂ ਜੀ ਦੇ ਨਾਮ ਦਾ ਭੋਜਨ ਛਕਣ ਦੀ ਆਪਣੇ ਜੀਵਨ ਵਿੱਚ ਸੁਰਤੀ ਬਿਰਤੀ ਲਿਆਓ। ਰੱਤਾ ਪਹਿਨਣ ਮਨ ਰੱਤਾ, ਸੁਪੇਦੀ ਸਤਦਾਨ। ਹੁਣ ਗੱਲ ਕਰਦੇ ਆ ਮਹਾਰਾਜ ਪਹਿਨਣ ਦੀ, ਅਤੇ ਪਹਿਨਣ ਦੇ ਵਿੱਚ ਅਸੀਂ ਕੱਪੜਾ ਤਨ 'ਤੇ ਪਾਉਂਦੇ ਹਾਂ ਕੱਜਣ ਵਾਸਤੇ, ਨੰਗੇਜ ਢੱਕਣ ਵਾਸਤੇ, ਜਾਂ ਗਰਮੀ ਸਰਦੀ ਤੋਂ ਬਚਣ ਵਾਸਤੇ। ਇਹ ਸਾਡੀ ਸਰੀਰ ਦੀ ਲੋੜ ਹੈ। ਪਰ ਮਹਾਰਾਜ ਕਹਿੰਦੇ
ਇਹਦੇ ਨਾਲ ਤੁਸੀਂ ਕਈ ਕੁਛ ਜੋੜ ਲੈਂਦੇ ਹੋ। ਕਿਸੇ ਨੂੰ ਨੀਲਾ ਰੰਗ ਪਸੰਦ ਆਉਂਦਾ ਹੈ ਕੱਪੜਿਆਂ ਦਾ, ਕਿਸੇ ਨੂੰ ਸਫੇਦ ਰੰਗ ਚੰਗਾ ਲੱਗਦਾ, ਕਿਸੇ ਨੂੰ ਲਾਲ ਰੰਗ ਚੰਗਾ ਲੱਗਦਾ, ਕਿਸੇ ਨੂੰ ਕੋਈ ਹੋਰ ਰੰਗ ਚੰਗਾ ਲੱਗਦਾ, ਅਤੇ ਫਿਰ ਉਹ ਆਪਣੀ ਪਸੰਦ ਦੇ ਰੰਗ ਵਾਲੇ ਕੱਪੜੇ ਚੁਣ ਕੇ, ਫਿਰ ਇੱਥੇ ਤਾਂ ਨਹੀਂ ਨਾ ਗੱਲ ਮੁੱਕਦੀ, ਉਹਨਾਂ ਕੱਪੜਿਆਂ ਨੂੰ ਫਿਰ ਵੱਖਰੇ ਵੱਖਰੇ ਅਸੀਂ ਰੂਪ ਦਿੰਦੇ ਹਾਂ। ਮੈਂ ਫਿਰ ਬੇਨਤੀ ਕਰਾਂ, ਸਮਾਂ ਸੀਮਤ ਹੈ, ਵਿਸਥਾਰ ਨਹੀਂ ਕੀਤਾ ਜਾ ਸਕਦਾ। ਸਾਡੇ ਫਿਰ ਇਹ ਕੱਪੜਿਆਂ ਦੇ ਪਹਿਰਾਵੇ ਦੀਆਂ ਵੀ ਜਿਹੜੀਆਂ ਸਾਡੀਆਂ ਬਿਰਤੀਆਂ ਨੇ ਨਾ, ਉਹ ਇੰਨੀਆਂ ਬੇਸੰਜਮੀਆਂ ਹੋ ਜਾਂਦੇ ਨੇ ਕਿ ਜਦੋਂ ਦੁਨੀਆ ਵਿੱਚ ਤੇ ਅਸੀਂ ਭੀੜ ਦੇ ਵਿੱਚ ਵਿਚਰਦੇ ਹਾਂ, ਦਿਖਾਵੇ ਕਰਦੇ ਹਾਂ ਆਪਣਿਆਂ ਕੱਪੜਿਆਂ ਦੇ, ਪਰ ਜਦੋਂ ਅਸੀਂ ਗੁਰੂ ਕੋਲੋਂ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਇੱਥੇ ਜਿਹੜਾ ਜੀਵਨ ਨੂੰ ਆਨੰਦ ਦੇਣ ਵਾਲਾ ਗਿਆਨ ਹਾਸਲ ਕਰਨ ਦੀ ਇੱਛਾ ਲੈ ਕੇ ਆਉਂਦੇ ਹਾਂ, ਸਾਨੂੰ ਇੱਥੇ ਵੀ ਆ ਕੇ ਭੁੱਲ ਜਾਂਦਾ ਹੈ ਕਿ ਇੱਥੇ ਦਾਨੇ ਬਣ ਕੇ ਜਾਈਏ, ਇੱਥੇ ਸੱਭਿਅਕ ਬਣ ਕੇ ਜਾਈਏ, ਭੜਕੀਲਾਪਣ ਨਾ ਹੋਵੇ ਸਾਡੇ ਪਹਿਰਾਵੇ ਦੇ ਵਿੱਚ, ਇਹੋ ਜਿਹਾ ਪਹਿਰਾਵਾ ਨਾ ਹੋਵੇ ਜਿਹੜਾ ਚੰਚਲਤਾ ਸਾਡੇ ਅੰਦਰ ਵੀ, ਅਸੀਂ ਇਹੋ ਜਿਹੇ ਜਿਹੜੇ ਭੜਕੀਲੇ ਪਹਿਰਾਵੇ ਜਾਂ ਬੇਢੰਗੇ ਪਹਿਰਾਵੇ, ਅੱਧ ਨੰਗੇ ਸਰੀਰ ਵਾਲੇ ਪਹਿਰਾਵੇ ਪਾ ਕੇ ਜਦੋਂ ਇੱਥੇ, ਉਹ ਕੀ ਬਿਰਤੀ ਹੈ? ਇਹ ਪ੍ਰਮਾਣ ਹੈ ਕਿਸ ਬਿਰਤੀ ਦਾ? ਗੱਲਾਂ ਹੁੰਦੀਆਂ ਨੇ ਕਿ ਅਸੀਂ ਮਾਲਕ ਹਾਂ ਜੀ ਆਪਣੇ ਸਰੀਰ ਦੇ, ਅਸੀਂ ਜਿੱਦਾਂ ਮਰਜ਼ੀ ਕਰੋ ਭਾਈ, ਮੁਬਾਰਕ ਹੈ, ਪਰ ਘੱਟੋ ਘੱਟ ਇਸ ਗੱਲ ਦਾ ਤਾਂ ਖਿਆਲ ਰੱਖੋ ਕਿ ਜਦੋਂ ਇਸ ਤਰ੍ਹਾਂ ਦੇ ਪਹਿਰਾਵਿਆਂ ਦੇ ਵਿੱਚ ਅਸੀਂ ਜਾਂਦੇ ਹਾਂ, ਉਹ ਕਿਸ ਬਿਰਤੀ ਦਾ ਪ੍ਰਮਾਣ ਨੇ? ਕੀ ਦਿਖਾਉਣਾ ਚਾਹੁੰਦੇ ਹਾਂ ਅਸੀਂ ਇਹਨਾਂ ਪਹਿਰਾਵਿਆਂ ਦੇ ਰਾਹੀਂ? ਘੱਟੋ ਘੱਟ ਗੁਰੂ ਘਰ ਦੇ ਵਿੱਚ ਆ ਕੇ ਤੇ ਇੱਕ ਦਾਨਾਪਣ ਦਿਖਾਈਏ ਨਾ। ਇੱਥੇ ਆ ਕੇ ਤੇ ਅਸੀਂ ਇਸ ਧਿਆਨ ਵਿੱਚ ਆਈਏ। ਪੁਰਾਤਨ ਗੁਰਸਿੱਖ ਕੀ ਕਰਦੇ ਸੀਗੇ? ਜਦੋਂ ਗੁਰੂ ਘਰ ਦੇ ਵਿੱਚ ਆਉਣਾ ਹੈ, ਗੁਰਦੁਆਰੇ ਵੱਲ ਜਾਣਾ ਤੇ ਘਰੋਂ ਅਰਦਾਸ ਕਰਕੇ ਤੁਰਨਾ ਤੇ ਸ਼ਬਦ ਪੜ੍ਹਦਿਆਂ ਚੱਲਣਾ ਹੈ। ਹੁਣ ਵੀ ਦੇਖਿਆ, ਤੁਹਾਨੂੰ ਵੀ ਪਤਾ, ਤੁਸੀਂ ਵੀ ਜਾਂਦੇ ਹੋ, ਹਰਿਮੰਦਰ ਸਾਹਿਬ ਜਾਂਦੇ ਹੋ, ਤੀਰਥਾਂ 'ਤੇ ਯਾਤਰਾ 'ਤੇ ਜਾਂਦੇ ਹੋ, ਗੁਰੂ ਘਰਾਂ ਦੇ ਦਰਸ਼ਨ ਕਰਨ ਜਾਂਦੇ ਹੋ, ਢੋਲਕੀਆਂ ਛੈਣੇ ਨਾਲ ਲੈ ਕੇ ਰਸਤੇ 'ਚ ਵੀ ਸ਼ਬਦ ਪੜ੍ਹਦੇ ਜਾਂਦੇ। ਗੁਰੂ ਕੋਲ ਚੱਲੇ ਹਾਂ, ਲੋਕ ਪਰਲੋਕ ਦਾ ਸੁੱਖ ਲੈਣ ਚੱਲੇ ਹਾਂ, ਧਿਆਨ ਗੁਰੂ ਵੱਲ ਰਹੇ, ਸ਼ਬਦ ਦੇ ਪਹਿਰੇ ਵਿੱਚ ਚੱਲੀਏ। ਯਾਤਰਾ ਵੀ ਸਾਡੀ, ਤੇ ਗੁਰੂ ਘਰ ਦੇ ਵਿੱਚ ਆਉਣਾ ਹੈ, ਇੱਕ ਦਾਨਾਪਣ, ਕੱਪੜਿਆਂ ਦੇ ਵਿੱਚ ਵੀ, ਪਹਿਰਾਵੇ ਵਿੱਚ ਵੀ। ਰੰਗ ਕਿਹੜੇ ਨੇ ਇਹਦੇ ਨਾਲ ਨਹੀਂ ਫਰਕ ਪੈਂਦਾ, ਆਪਣੀ ਪਸੰਦ ਦੇ ਰੰਗ, ਪਰ ਮਹਾਰਾਜ ਕਹਿੰਦੇ ਪਹਿਰਾਵੇ ਦਾ ਪਹਿਨਣ ਢੰਗ, ਉਹਦੀ ਬਣਤਰ, ਉਹਦੇ ਰੰਗ, ਇਸ ਗੱਲ ਦਾ ਖਿਆਲ ਹੋਵੇ ਕਿ ਉਹਦੇ ਵਿੱਚ ਚੰਚਲਤਾ ਨਾ ਹੋਵੇ, ਮਨ ਨੂੰ ਗੁਰੂ ਨਾਲ ਜੋੜਨ ਦੀ ਬਿਰਤੀ ਤੁਹਾਡੇ ਅੰਦਰ ਹੋਵੇ। ਉਹਦੇ ਲਈ ਦਾਤਾਰ ਪਾਤਸ਼ਾਹ ਕਹਿੰਦੇ ਰੱਤਾ ਪਹਿਨਣ, ਰੱਤਾ ਭਾਵ ਲਾਲ ਰੰਗ, ਇਹ ਪਹਿਨਣ ਹੋਵੇ, ਪਰ ਕਿਸ ਤਰ੍ਹਾਂ ਦਾ? ਮਨ ਰੱਤਾ, ਲਾਲ ਰੰਗ ਪਾਓ, ਖੁਸ਼ੀਆਂ ਦਾ, ਸ਼ਗਨਾਂ ਦਾ ਰੰਗ ਮੰਨਦੇ ਹੋ, ਸੁਹਾਗਣਾ ਦਾ ਰੰਗ ਮੰਨਦੇ ਹੋ, ਕੋਈ ਗੱਲ ਨਹੀਂ, ਮੁਬਾਰਕ ਹੈ, ਪਰ ਮਨ ਨੂੰ ਰੱਤਾ, ਰਤਨ, ਇੱਥੇ ਰੱਤਾ ਦਾ ਭਾਵ ਦੂਸਰਾ, ਰੱਗਿਆ ਹੋਇਆ, ਜੁੜਿਆ ਹੋਇਆ, ਲਿਵਲੀਨ ਹੋਇਆ। ਜੇ ਤੁਹਾਡਾ ਮਨ ਗੁਰੂ ਘਰ ਵੱਲ ਆਉਣ ਲੱਗਿਆ, ਇਹ ਪਹਿਰਾਵੇ ਪਾਉਣ ਲੱਗਿਆ, ਰਤਿਆ ਹੋਇਆ ਹੈ, ਗੁਰੂ ਦੇ ਸ਼ਬਦ ਨਾਲ, ਵਾਹਿਗੁਰੂ ਜੀ ਦੇ ਸ਼ੁਕਰਾਨੇ ਭਰੀ ਪਿਆਰ ਯਾਦ ਨਾਲ ਜੋੜਿਆ ਹੈ। ਪੁਰਾਣੇ ਸਮੇਂ ਹੁੰਦਾ ਸੀ, ਸਾਡੇ ਘਰਾਂ 'ਚ ਵੀ ਸਾਡੀਆਂ ਮਾਤਾਵਾਂ ਇਹ ਕਰਦੀਆਂ ਸੀ, ਕੋਈ ਕੱਪੜਾ ਬੁਣਿਆ, ਕੋਈ ਕੱਪੜਾ ਤਿਆਰ ਕੀਤਾ, ਨਵਾਂ ਕੱਪੜਾ ਪਾਉਣ ਲੱਗਿਆ, ਸਾਨੂੰ ਜਦੋਂ ਪਾਉਂਦੇ ਸੀ, ਬੋਲ ਵਾਹਿਗੁਰੂ, ਵਾਹਿਗੁਰੂ ਜੀ ਸ਼ੁਕਰ, ਇਹਨੂੰ ਸੁਹਾਂਡਣਾ ਕਰਿਓ। ਕੱਪੜਾ ਪਾਉਣ ਲੱਗਿਆ ਗੁਰੂ ਨੂੰ ਯਾਦ ਕਰਨਾ, ਤੁਹਾਡਾ ਦਿੱਤਾ ਪਾ ਰਹੇ ਹਾਂ ਪਾਤਸ਼ਾਹ, ਇਹਨੂੰ ਸੁਹਾਂਡਣਾ ਕਰਿਓ, ਕਿਰਪਾ ਕਰਿਓ, ਇਹ ਪਹਿਨ ਕੇ ਤੁਹਾਡਾ ਸ਼ੁਕਰ ਕਰਨਾ ਆ ਜਾਏ। ਮਹਾਰਾਜ ਕਹਿੰਦੇ ਜੇ ਮਨ, ਕੱਪੜੇ ਭਾਵੇਂ ਉਹ ਰੱਤੇ ਨੇ, ਲਾਲ ਨੇ, ਪਾਉਣ ਲੱਗਿਆ, ਤੁਹਾਡਾ ਮਨ ਗੁਰੂ ਨਾਲ, ਗੁਰੂ ਦੀ ਬਾਣੀ ਨਾਲ, ਵਾਹਿਗੁਰੂ ਦੀ ਯਾਦ ਨਾਲ ਜੁੜਿਆ ਤਾਂ ਭਲਾ ਹੈ। ਫਿਰ ਇਹ ਕੱਪੜੇ ਤੁਹਾਨੂੰ ਚੰਚਲਤਾ ਵੱਲ ਨਹੀਂ ਲੈ ਕੇ ਜਾਣਗੇ, ਭੜਕੀਲਾਪਣ ਨਹੀਂ ਪੈਦਾ ਹੋਏਗਾ। ਰੱਤਾ ਪਹਿਨਣ, ਮਨ ਰੱਤਾ, ਲਾਲ ਰੰਗ, ਤੇ ਦੂਜੇ ਪਾਸੇ ਰੱਤਾ ਦਾ ਅਰਥ ਮਨ ਦਾ ਰਤਿਆ ਜਾਣਾ, ਜੁੜ ਜਾਣਾ ਵਾਹਿਗੁਰੂ ਜੀ ਨਾਲ। ਸੁਪੇਦੀ ਸਤਦਾਨ, ਸੁਪੇਦ ਤੋਂ ਭਾਵ ਸਫੇਦ, ਸਫੈਦ ਰੰਗ ਦੇ ਕੱਪੜੇ ਤੁਹਾਨੂੰ ਚੰਗੇ ਲੱਗਦੇ, ਪਾਓ, ਪਰ ਇਹਦੇ ਨਾਲ ਨਾਲ ਮਹਾਰਾਜ ਕਹਿੰਦੇ ਸਤ ਨਾਲ ਜੁੜਨਾ, ਆਪ ਵਾਹਿਗੁਰੂ ਜੀ ਦੇ ਸ਼ੁਕਰਾਨੇ ਨਾਲ ਜੁੜਨਾ, ਤੇ ਫਿਰ ਜੋ ਮਿਲਿਆ ਇਹਨੂੰ ਵੰਡ ਕੇ ਛਕਣਾ। ਕਿੰਨੇ ਨੇ ਗਿਣਤੀ ਦੇ ਵਿੱਚ ਕਿਹੜੇ ਕਿਹੜੇ ਰੰਗਾਂ ਦੇ, ਇੱਥੇ ਨਹੀਂ। ਮਹਾਰਾਜ ਕਹਿੰਦੇ ਜੋ ਮਿਲਿਆ, ਇਹ ਕਿਸੇ ਦਾ ਨੰਗੇਜ ਢੱਕਣ ਵਾਸਤੇ ਕਿਸੇ ਨੂੰ ਕੱਪੜਾ ਤੁਸੀਂ ਬਣਾ ਕੇ ਦੇਤਾ,
ਵੰਡ ਕੇ ਛਕੋ, ਲੋੜਵੰਦਾਂ ਦੇ ਲਈ ਇਹਦੇ ਵਿੱਚੋਂ ਦਿਓ ਤੇ ਨਾਲ ਸ਼ੁਕਰ ਕਰੋ। ਫਿਰ ਤੁਹਾਨੂੰ ਇਹ ਸਫੈਦ ਰੰਗ ਦੇ ਕੱਪੜੇ, ਭਾਵੇਂ ਲਾਲ ਰੰਗ ਦੇ ਕੱਪੜੇ, ਜਦੋਂ ਇਹ ਵੰਡ ਕੇ ਛਕਣ ਦੀ ਬਿਰਤੀ ਹੋਏਗੀ, ਆਨੰਦ ਦੇਣਗੇ, ਸੁੱਖ ਦੇਣਗੇ। ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ। ਨੀਲੇ ਰੰਗ ਦੇ ਕੱਪੜੇ, ਨੀਲੇ ਰੰਗ ਦੀ ਪਸੰਦ ਹੈ ਜਿਹਨੂੰ ਵੀ, ਮਹਾਰਾਜ ਕਹਿੰਦੇ ਮੁਬਾਰਕ ਹੈ, ਪਾਓ ਨੀਲੇ ਰੰਗ ਦੇ ਕੱਪੜੇ ਜੇ ਤੁਹਾਨੂੰ ਚੰਗੇ ਲੱਗਦੇ ਹੈ। ਪਰ ਇਹਦੇ ਨਾਲ ਨਾਲ ਇੱਕ ਬਿਰਤੀ ਇਹ ਲਿਆਓ, ਸਿਆਹੀ ਕਦਾ ਕਰਨੀ। ਸਿਆਹੀ ਤੋਂ ਭਾਵ ਕਾਲਖ, ਮੈਲ। ਕਦਾ ਦਾ ਮਤਲਬ ਹੁੰਦਾ ਹੈ ਕੱਟਣਾ, ਕਰਨੀ। ਕਿਸ ਤਰ੍ਹਾਂ ਦੀ ਤੁਹਾਡੀ ਕਰਨੀ ਹੈ, ਤੁਹਾਡੇ ਵਿਚਾਰ ਕਿਸ ਤਰ੍ਹਾਂ ਦੇ ਨੇ, ਤੁਹਾਡੀ ਬੋਲ ਬਾਣੀ ਕਿਸ ਤਰ੍ਹਾਂ ਦੀ ਹੈ, ਤੁਹਾਡੇ ਕਰਮ ਕਿਸ ਤਰ੍ਹਾਂ ਦੇ ਨੇ। ਮਨ ਦੀ ਬਿਰਤੀ ਮੈਲੀ ਹੈ ਕਿ ਵਾਹਿਗੁਰੂ ਜੀ ਨਾਲ ਜੁੜਨ ਵਾਲੀ, ਚੰਗਿਆਈਆਂ ਦੇ ਧਾਰਨੀ बढ़न वाली बिरती है। तुसी दुनिया विच विचरदे हो, तुहाडा वरतों विहार किवें है, तुहाडे कर्म किस तरह दे ने, इहदी पड़चोल करी जानी। ते जिहड़ी मैल किते माड़े विकारां दे करके, विचारां दे करके, कर्मां दे करके मन नूं लग रही है, भावें वो काम करके है, क्रोध लोभ मोह हंकार करके है, ईर्खा द्वेष करके है, तृष्णा करके है, रोज़ रोज़ मन नूं मैला करके भटकाउंदियां, बेचैन करदियां ने बिरतियां। महाराज कहंदे इहदी भी पड़चोल करनी सिखो। गुरु दे शब्द राहीं आत्म चिंतन करना ते इह मन दे अंदर पैदा होए माड़े फुरनियां दी मैल नूं दूर करन लई सुचेत हो के जीवना, जागृत हो के जीवना। महाराज कहंदे ये नीला रंग है, मेरे लिए तो नीला रंग है। भाव इस रंग नूं पा के मन चंचल नहीं होएगा, मन मैला नहीं होएगा। मेरे लिए तो भाई नीला रंग ये होई। तुसी भी महाराज कहंदे भावें नीला पा रहे हो, लाल पा रहे हो, सफेद पा रहे हो, रंग अपनी जगह ते तुहाडी पसंद दे महत्व रखते होणगे, पर इन्हां दे नाल नाल आत्म पड़चोल करनी, शुकराने विच रहना, अपने अंदर दी विकारां दी मैल नूं दूर करन लई सुचेत हुंदे रहना। पैरण पैर ध्यान, पहरावा वो तुसीं भावें इस्त्रियां वाले पहरावे, उन्हां दे डिज़ाइन बनाए, उन्हां दी बनतर बनाई, किसी ने साड़ी पाई, किसी ने सलवार, किसी ने होर कुछ पाया, बंदियां ने किसी ने कोट पैंट पाया, किसी ने कुर्ता पजामा पाया, वखरे चोला पाया, कुछ भी है। महाराज कहंदे ये पहरावा दुनिया नूं दिखा के तुसीं अपने आप नूं बन बन के दसो कि मैं तो बड़ा धार्मिक हाँ, मैं बादशाह होना, मैं इन्ना सूटड बूटड अमीर होना, मैं फलाना फलाना फलाना। ये महाराज कहंदे दिखावे वाला पहरावा जिहड़ा है ना, इहदी जगह ते जे तुहाडे अंदर पैरण पैर ध्यान, वाहिगुरू जी दे पैरां दा, गुरु दे पैरां दा भाव वाहिगुरू जी दे चरण कमलां दा ध्यान, गुरु दे चरण कमलां दा ध्यान भाव निमरता दे विच, अदब दे विच गुरु नूं चेते करदे रहना, वाहिगुरू जी नूं चेते करदे रहना। महाराज कहंदे जे ऐ बिरती बनी रहेगी ना, ये मन नूं सुरती नूं ये पहरावा पाउंदे रहोगे, फिर दुनिया दे पहरावे तुहानूं चंचलता वाले पासे नहीं लैके जाणगे। भावें रंग किसी भी तरीके दा पाया, फिर उन्हां रंगां दे कपड़ियां नूं जदों तुसीं पहरावा बनाओगे, उस पहरावे दे विच भी भटकाऊ बिरतियां, चंचल बिरतियां नहीं आउणगीਆਂ। कहना नहीं पएगा भाई साहब नूं कि गुरुद्वारे विच भाई इस तरह के कपड़े पा के ना आया करो, ऐदां दे कपड़े पा के, कहना नहीं पएगा। अपने अंदरों ही तुहाडा मन जिहड़ा है इस चंचलता वाले पहरावे तो संकोच करेगा, ਉਹਦੇ ਵਿੱਚ ਇੱਕ ਦਾਨਾਪਣ ਆਏਗਾ। क्योंकि बिरती ये है ना, गुरु कोल आउण दी पिकनिक स्पॉट थोड़ा ने, ये कोई सैरगाहां थोड़ा ने, वो दुनिया के होर बथेरे स्थान ने, जगह ने जिथे तुसीं जाके उन्होंने सैरगाह के रूप में पिकनिकां मनाउण वास्ते, रंग तमाशे मनाउण वास्ते जाओ। पर जिहड़ा गुरु द्वारा होए सोझी पाए सी, इत्थे ते उस लोक परलोक दा आनंद प्राप्त करन दी बिरती नाल आयो। ते इहदे विच दुनिया नालों वखरे किस्म दा तुहाडा पहरावा, दुनिया नालों वखरी किस्म दा आउणा, दुनिया नालों वखरे किस्म दा बोलना बैठना। इत्थे आके ते इह सीखना है कि मैं बोलना किवें है, क्योंकि मेरे गुरु ने कहना है, नानक फिक्का बोले है तन मन फिक्का होए ना भाई, ये फिक्का बोलना मूर्खां दा काम है। ते मैं सारा दिन इस बिरती विच ही ना इत्थे बैठ के
मैं गुरु कोलों ये सीखना है, गुरु द्वारा होए सोझी पाई सी। इस करके ध्यान इत्थे होवे, मन नूं ये पहरावा, सुरती नूं ये पहरावा पवाउणा। पैर ध्यान गुरु दे चरण कमलों का, वाहिगुरू जी दे चरण कमलों के नाल ध्यान जुड़िया रहे। कमर बंद संतोख का, धन जोबन तेरा नाम। कमर बंद कहते ने ए नवाबी पहरावे, बादशाही पहरावे, अमीरी दे पहरावे हुंदे सी। कमर बंद लक नूं बन्नण वाला, जिन्हों अज असीं कमर कस्सा कहने आ, लक नूं बन्नण वाला कपड़ा जिहड़ा है अज निहंग सिंह भी बंदे आ। होर ये अमीरी का पहरावा सी, नवाबां दा, बादशाहां दा पहरावा सी। ते ओ कमर बंद दे उत्ते अमीरी प्रगटाउण लई सोने दे, तिले दे, होर वखरे वखरे जनाऊ ये कपड़े बनाए जाते सी लक नाल बन्नण वास्ते। कमर बंद का मतलब कबर नाल बन्ने जाण वाला वो कपड़ा, कमर कस्सा। महाराज कहंदे जे तुहाडे अंदर किरत करदे आ, प्राप्तियां करदे आ, दुनिया के सुखां दियां तेरे संतोख आ जाए ना, कि बस ठीक है, मैं खाण वास्ते नहीं जीवना, पहनण वास्ते ही नहीं जीवना, दुनिया के सुख साधन मानण वास्ते नहीं जीवना, जीवन वास्ते खाना है, जीवन वास्ते पहनना है। इस शरीर नूं गर्मी सर्दी तो बचाउण लई घर चाहीदा है मैनूं, ये महल माड़ियां दी प्राप्ति वास्ते ही नहीं जीवना, जीवन वास्ते मैनूं आसरा चाहिदा है, कोई मकान चाहिदा है। ये बिरती लैके जदों जीओगे भटकना नहीं आएगी, तृष्णा नहीं बनेगी, तुहाडी लोड़ ਉਹਦੇ ਵਿੱਚ संतोख आएगा, तो संतोख ਵਿੱਚ ही शुकराना ਹੁੰਦਾ है। महाराज कहते संतोखी बिरती आ जाए किते, धन जोबन तेरा नाम। वाहिगुरू जी बंदे नूं धन दी बड़ी मस्ती लगदी है, मेरे कोल इन्ना धन दुनिया नूं दसदा फिरदा, बड़ा रस आउंदा है, अपनी हौमे नूं हंकार नूं ठुमना मिलदा है। ते जदों बंदा जवानी विच हुंदा है, भावें वो इस्त्री रूप विच होवे, पुरुष रूप विच होवे, बंदे नूं जवानी बड़ी रसीली लगती है, बेपरवाही वाली लगती है। बंदा बेसंजमा हुंदा, बेध्याना अवेसला हो जाता। पातशाह कहते इस धन जोबन दी बेसंजमी मस्ती दी बजाए वाहिगुरू जी किते तुहाडे नाम दी मस्ती आ जाए, तुहाडे नाम दा रस, उहदी बेपरवाही आ जाए, तो फिर ये धन जोबन विचों निकलण वाली थोड़ चिरी जिहड़ी खुशी है ना, वो नहीं, सदीवी खुशी की प्राप्ति की संभावना बन जाती। बाबा इस करके महाराज कहते मैं तुहानूं ये कहना चाहुंदा, बाबा होर पहनण खुशी खुआर, जित पैदा तन पीड़ी है, मन मैं चलै बेकार। भाई वाहिगुरू जी दे नाम नूं सुणन, उहदे कीर्तन नाल जुड़न तो बिना, उहदे चरण कमलों का ध्यान धरन तो बिना, संतोखी बिरती तो बिना जे तुसीं ये पहरावियां दे चक्कर विच पै के इत्थे ही खचित हो जाओगे, फिर ये विचों मिलन वालियां थोड़ चिरियां खुशियां किसी वेले खुआरी का तुहाडे लई कारण निश्चय बन जाणगियां। अगे बचन करते ने सवारियां दे, घोड़े पाखर सोयने साखत बूझण तेरी वाट। सवारियां उस वेले नवाबी बादशाही अमीरी दी निशानी सी, एक जगह तो दूजे जगह ते जाना तां चंगे तो चंगा घोड़ा, रथ, हाथी इत्यादि सवारी। अजकल कारां मोटरां ने, हवाई जहाज़ ने, होर सवारियां दे साधन ने। महाराज कहंदे ये सारा कुछ होवे मुबारक, पर घोड़े पाखर, पाखर कहंदे ने काठियां, सवारी करन लगे घोड़े दे उत्ते पाउंदे, घोड़े पाखर सोयने साखत, सोने दे जड़ाऊ काठियां होण, साखत जीना दुमची, वो घोड़े दे उत्ते पाउण वालियां, हाथियां दे उत्ते पाउण वाला समान सवारी वेले उहदा जिक्र करदे। महाराज कहंदे उन्हां नूं तैयार करके सवारियां दे साधनां नूं, घोड़े हाथियां नूं अपनी नवाबी, अपनी बादशाही, अपनी अमीरी का प्रगटावा करके जाण वाले, एक जगह तो दूजे जाण वाले, दुनिया देखण मैं जिस सवारी ते हाँ, ये सवारी किन्नी कीमती है, दुनिया देखे मैं किन्ना अमीर, किन्ना वड्डा बादशाह। बादशाह कहंदे एक जगह तो दूजी जगह ते जाना है ना, जाण दी लोड़ है ना, उत्थे जाके किसी नूं मिलना, कोई काम काज है। तो पातशाह कहंदे इत्थे आए हो, जिंदगी एक मार्ग है, जिंदगी एक यात्रा है, तो जे इस यात्रा नूं तय करने वास्ते तुहानूं अपने मन की सुरती की यात्रा इस पक्षों करनी आ जाए,
कि मेरे जीवन का मकसद की है, उस मकसद की पूर्ति किवें होनी है, किहड़ी गल मेरे लिए करण योग है, किहड़ी गल नहीं करण योग, मेरे लिए बुरा की है, भला की है, योग की है, अयोग की है। ये जिहड़ा मार्ग है जिंदगी का, इस नूं सਦੀवी आनंद वाला बनाउण वास्ते बूझण तेरी वाट, तेरे वल लैके जाण वाली, बेगमपुरे वल लैके जाण वाली जिहड़ी वाट है, मार्ग है, रस्ता है, उहदी पछाण हुंदी रहे, उधर वल ध्यान सुरती मनदा जांदा रहे। ते महाराज कहंदे फिर ये सवारियां तुहानूं कुछ नहीं कहंदियां, ये सवारियां सदीवी आनंद दा साधन बन जांदियां। तरकश तीर कमान सांग तेग बंद गुण धात। तरकश जिहड़ा पत्था तीरां दा, तीर कमान सांग बरछी, तेग बंद आ जिन्हों असी गातरा कहने हैं, जिहदे विच असी किरपान इत्यादि शस्त्र पाउने आ, इहनूं तेग बंद आखदे। गुण धात, महाराज कहंदे ये शस्त्र पा के तुसीं तरह तरह के सोहणे सोहणे अपने आप नूं सूरबीर कहो। पर महाराज कहंदे सूरबीरता ते भाई जदों मन दे विकारां नूं फतेह करन दी तुहाडे अंदर आत्मक शक्ति आ जाए, बल आ जाए, इन्हां विकारां नूं तुसीं पछाड़ सको, फिर तुहाडी सूरबीरता है, फिर तुहाडे मन की बादशाही है। वो जिहड़ा महाराज बचन करदे है, जिसनों बख्शे सिफत साला नानक पातशाही पातशाह, वो जिहड़ी गुणां नूं प्राप्त करन दी, गुणां वास्ते धात तो भाव उत्साहित होना, गुण धारनी बनना, गुण गाहक बनना, गुरु कोलों आके बुराइयां किवें दूर करनियां ने, चंगियाइयां दा धारनी किवें बनना, इहदे लई मन उत्साहित हो जाए, सुरती जिहड़ी है इस पासे वल उद्यमशील हो जाए। महाराज कहंदे इस तरीके नाल ये जिहड़े धारण कीते हुए नाम बाणी दे गुणां दे शस्त्र ने, ये तुहानूं सदीवी आनंद देणगे। वाजा नेजा पत स्यों प्रगट कर्म तेरा मेरी जात। मेरी जात उच्ची है, मैं इन्ना वड्डा दुनिया दा बादशाह अमीर वजीर। महाराज कहंदे इहदे विचों सवाए हंकार ईरखा दिखावा दंभ पखंड निकलण तो कुछ नहीं निकलदा। यही गल्लां ने जिहड़ियां तुहानूं बदना बेइज्जत ही नहीं करदियां, भटकाउंदियां ने, सहम विच लैके जांदियां। पर दातार जी कहंदे ਇਹ ਜਿਹੜੇ अपने नाल तुरन लगियां बादशाह पहलां वाजे संख भेरियां लैके जांदे हुंदे सीगे, आले दुआले बंदे, उन्हां दी अमीरी दी निशानी हुंदी सी। अजकल सवारियां ते एस्कॉट वालियां लाल बत्तियां वालियां गड्डियां, इधर बंदियां नाल 10-10 गड्डियां। साहब कहंदे अमीरी दी निशानी बंदा दिखावा ही करदा पिया ना। दातार जी कहंदे वाजा नेजा ये पत दिखाउण वास्ते, इज्जत दिखाउण वास्ते है ना। पर जे किते वाहिगुरू जी तुहाडे दर ते मैं सुरखरू हो सकां, पत नाल जा सकां, मुख मैला लैके मन मैला लैके ना, जदों मेरी जिंदगी दा आखिरी समा आवे, मेरा मुख उजला होवे, मेरा मन उजला पवित्र होवे, मेरी सुरती बिरती ते विकारां दी मैल ना होवे, इदां मैं तुहाडे दर ते आके सुरखरू होवां। महाराज कहंदे ये बिरती जिहड़ी है ना, ये तुहाडी अंदर दी बादशाही दी निशानी। कर्म तेरा मेरी जात, मेरी उच्ची जात। आ पिता पुरखी ना होवे जिहदा हंकार करदियां करदियां असीं दुनिया नूं कहना तूं जाणदा नहीं मैं कौन। महाराज कहंदे नहीं, तुहाडी बख्शिश दा ध्यान, तुहाडी बख्शिश दी लोड़, इहो ही मेरी उच्ची जात बन जाए। पातशाह तुहाडी बख्शिश हो जाए, मेरे ते रहम कर दो, मेहर कर दो मेहरबान। बस उस मेहर दी इच्छा रखी रखना, ये मेरी उच्ची जात बन जाए। बाबा होर चढ़ना खुशी खुआर जे इदां नहीं करते, महाराज कहंदे तुसीं इदां दी बिरती इदां दी चेतना विच नहीं जिउंदे, तां फिर तुहाडा सवारियां दा कीता होया उद्यम उपराला, सवारियां प्राप्त कीतियां जिन्नियां मर्जी कीमत होण, महाराज कहंदे ये खुआरी दा ही साधन बन जांदियां। जित चढ़िया तन पीड़िया मन मह चलै विकार। तन पीड़ित हो गया, मन रोगी हो गया, विकारी हो गया। साहब कहंदे इहो जिहियां सवारियां दे सुख काहदे सुख ने। घर मंदिर खुशी नाम की दर नदर तेरी परिवार। घर दियां गल्लां करदे बनाउने असीं घर, इस करके इत्थे रहीए, साडा परिवार होवे, उहदे नाल हसीए खेडीए, किसे नौकर चाकर होण उन्हां ते अपना हुक्म चलाइए ते फिर खुश होइए। महाराज कहंदे घर मंदिर खुशी नाम की। पातशाह ये घरां विच रहिंदे आ, मेरे अंदर खुशी तुहाडे नाम दी होवे, तुहाडे सिमरन दी होवे। मैं परिवार नाल बैठ के शुक्र करना सिख लवां, तुहाडी सतसंगी नाम दी
याद विच जुड़ सकां, जोड़ सकां। ਇਹ ਨੌਕਰਾਂ ਚਾਕਰਾਂ ਤੇ ਹੁਕਮ ਜਤਾ ਕੇ ਆਪਣੇ ਆਪ ਨੂੰ ਵੱਡਾ ਕਹਾਉਣ ਦੀ ਬਿਰਤੀ ਨਾ ਹੋਵੇ। ਹੁਕਮ ਤੁਹਾਡਾ ਹੋਵੇ, ਮੈਂ ਤੁਹਾਡਾ ਚਾਕਰ ਹੋਵਾਂ, ਮੇਰਾ ਪਰਿਵਾਰ ਤੁਹਾਡਾ ਚਾਕਰ ਹੋਵੇ, ਤੇ ਤੁਹਾਡੀ ਨਾਮ ਦੀ ਚਾਕਰੀ ਕਰਦੇ ਆ, ਬਾਣੀ ਦੀ ਚਾਕਰੀ ਕਰਦੇ ਆ, ਉਹ ਤੁਹਾਡਾ ਹੁਕਮ ਮੈਨੂੰ ਭਲਾ ਲੱਗੇ। ਮਹਾਰਾਜ ਕਹਿੰਦੇ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ। ਮੇਰੇ ਪਰਿਵਾਰ ਨਾਲ ਮਿਲ ਬੈਠ ਕੇ ਇਹਨਾਂ ਘਰਾਂ ਵਿੱਚ ਰਹਿ ਕੇ ਤੁਹਾਡੀ ਨਜ਼ਰ ਦੀ ਮੰਗ ਮੇਰੇ ਅੰਦਰੋਂ ਉੱਠਦੀ ਰਹੇ। ਹੁਕਮ ਸੋਈ ਤੁਧ ਭਾਵ ਸੀ, ਹੋਰ ਆਖਣ ਬਹੁਤ ਅਪਾਰ। ਐਵੇਂ ਦੁਨੀਆ ਦੇ ਉੱਤੇ ਹੁਕਮ ਚਲਾ ਚਲਾ ਕੇ ਮੈਂ ਆਪਣੇ ਆਪ ਨੂੰ ਵੱਡਾ ਕਹਾਵਾਂ। ਇਹਦੀ ਜਗ੍ਹਾ ਦੇ ਉੱਤੇ ਹੁਕਮ ਸੋਈ, ਮੇਰਾ ਹੁਕਮ ਨਹੀਂ ਤੁਹਾਡਾ ਹੁਕਮ, ਤੇ ਇਹ ਮੈਨੂੰ ਚੰਗਾ ਲੱਗੇ। ਹੁਕਮ ਸੋਈ ਤੁਧ ਭਾਵ ਸੀ, ਜਿਹੜੀ ਗੱਲ ਤੁਹਾਨੂੰ ਚੰਗੀ ਲੱਗੇ ਮੈਂ ਉਸ ਗੱਲ ਨੂੰ ਆਪਣੇ ਲਈ ਭਲਾ ਜਾਣ ਕੇ ਤੁਹਾਡੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਜਾਚ ਸਿੱਖ ਸਕਾਂ। ਨਾਨਕ ਸੱਚਾ ਪਾਤਸ਼ਾਹ ਪੁੱਛ ਨਾ ਕਰੇ ਵਿਚਾਰ। ਮਹਾਰਾਜ ਕਹਿੰਦੇ ਜੇ ਇੱਦਾਂ ਦੀ ਗੁਰਮਤਿ ਜੀਵਨ ਜੁਗਤ ਵਿੱਚ ਜਿਉਣ ਦੀ ਤੁਹਾਨੂੰ ਸੋਝੀ ਗੁਰੂ ਕੋਲ ਆ ਕੇ ਗੁਰੂ ਦੇ ਪਿਆਰਿਆਂ ਨਾਲ ਮਿਲ ਬੈਠ ਕੇ ਮਿਲ ਜਾਵੇ ਨਾ, ਤੇ ਯਾਦ ਰੱਖਿਓ ਗੁਰੂਦੇਵ ਕਹਿੰਦੇ ਮੈਂ ਤੁਹਾਨੂੰ ਇਹ ਨਿਸ਼ਚਾ ਦਿਵਾਉਣਾ, ਜਦੋਂ ਜ਼ਿੰਦਗੀ ਦਾ ਸਫ਼ਰ ਮੁੱਕੇਗਾ ਨਾ, ਤੁਹਾਡੇ ਜੀਵਨ, ਤੁਹਾਡੇ ਮਨ, ਤੁਹਾਡੀਆਂ ਸੁਰਤੀਆਂ ਇੰਨੀਆਂ ਪਵਿੱਤਰ ਹੋਣਗੀਆਂ ਕਿ ਕੋਈ ਲੇਖੇ ਜੋਖੇ ਦੀ ਗੱਲ ਹੀ ਨਹੀਂ ਰਹਿ ਜਾਏਗੀ। ਵਾਹਿਗੁਰੂ ਜੀ ਦੇ ਦਰ 'ਤੇ ਜਦੋਂ ਪਹੁੰਚੋਗੇ, ਇੱਥੋਂ ਮੁੱਖ ਸੁਰਖਰੂ ਲੈ ਗਏ, ਕੋਈ ਤੁਹਾਡਾ ਲੇਖਾ ਜੋਖਾ ਬਾਕੀ ਨਹੀਂ ਰਹਿ ਜਾਏਗਾ। ਕੋਈ ਜੰਮਦੀ ਕਾਣ, ਜੰਮਦੀ ਮੁਥਾਜੀ, ਧਰਮ ਰਾਜ ਦਾ, ਜਮ ਰਾਜ ਦਾ, ਮੌਤ ਦਾ ਡਰ ਤੁਹਾਨੂੰ ਡਰਾ ਨਹੀਂ ਸਕੇਗਾ। ਕੋਈ ਸ਼ਰਮਿੰਦਗੀ ਪਛਤਾਵਾ ਜ਼ਿੰਦਗੀ 'ਚ ਨਹੀਂ ਰਹਿ ਜਾਏਗੀ। ਜਿਉਂਦਿਆਂ ਜਿਉਂਦਿਆਂ ਤੁਸੀਂ ਵਾਹਿਗੁਰੂ ਜੀ ਦੇ ਆਨੰਦ ਵਿੱਚ ਜਿਉਂਗੇ ਨਾ। ਬਾਬਾ ਹੋਰ ਸੌਣਾ ਖੁਸ਼ੀ ਖੁਆਰ ਜਿਤੁ ਸੁੱਤੈ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਇੱਥੇ ਸੌਣ ਦੀ ਗੱਲ ਸਰੀਰਕ ਨੀਂਦ ਦੀ ਗੱਲ ਨਹੀਂ ਹੈ। ਇਹ ਸੌਣਾ ਭਾਵ ਐਸ਼ੋ ਇਸ਼ਰਤ ਵਿੱਚ ਅਵੇਸਲੇ ਹੋ ਕੇ, ਲਾਪਰਵਾਹ ਹੋ ਕੇ, ਬੇਧਿਆਨੇ ਬੇਸੰਜਮੇ ਹੋ ਕੇ ਜਿਉਣਾ। ਕਿ ਮਹਾਰਾਜ ਕਹਿੰਦੇ ਉਹ ਸੌਣਾ, ਉਹ ਅਵੇਸਲੇ ਹੋ ਕੇ ਸੁੱਤਿਆਂ ਸੁੱਤਿਆਂ ਮਨ ਦੇ ਸੁੱਤਿਆਂ ਦੇਖਣ ਸ਼ਕਤੀ ਮਿਲੀ, ਸੁਣਨ ਸ਼ਕਤੀ ਮਿਲੀ, ਬੋਲਣ ਸ਼ਕਤੀ ਮਿਲੀ। ਇਹਨੂੰ ਬੇਸੰਜਮੇ ਹੋ ਕੇ, ਬੇਧਿਆਨੇ ਹੋ ਕੇ ਵਰਤਣਾ। ਇਹੋ ਜਿਹੀ ਬੇਸੰਜਮੀ ਨੀਂਦ ਵਿੱਚ ਸੌਣਾ ਮਹਾਰਾਜ ਕਹਿੰਦੇ ਇਹ ਖੁਸ਼ੀ ਨਹੀਂ ਦਿੰਦਾ, ਇਹ ਖੁਆਰੀ ਦਾ ਕਾਰਨ ਬਣਦਾ ਹੈ। ਤਨ ਪੀੜਤ ਹੁੰਦੇ ਨੇ, ਮਨ ਵਿਕਾਰੀ ਹੋ ਜਾਂਦੇ ਹੈ, ਤੇ ਆਨੰਦ ਨਹੀਂ ਮਿਲਦਾ। ਤੇ ਲੋੜ ਤੇ ਸਾਨੂੰ ਆਨੰਦ ਦੀ ਹੈ। ਗੁਰੂ ਕਿਰਪਾ ਕਰਨ ਪਾਤਸ਼ਾਹ, ਤੁਹਾਡੀ ਗੁਰਮਤਿ ਜੁਗਤ ਜਿਹੜੀ ਤੁਸੀਂ ਇਸ ਸ਼ਬਦ ਰਾਹੀਂ ਸਾਨੂੰ ਬਖਸ਼ਿਸ਼ ਕੀਤੀ ਹੈ, ਮਨ ਸੰਤੋਖੀ ਹੋ ਜਾਏ। ਧਿਆਨ ਜਿਹੜਾ ਸੁਰਤੀ ਦਾ ਤੁਹਾਡੇ ਚਰਨ ਕਮਲਾਂ ਨਾਲ ਜੁੜੇ। ਕੀਰਤਨ ਨੂੰ ਕਰਨਾ, ਸੁਣਨਾ, ਔਰ ਇਹਦੇ ਵਿੱਚੋਂ ਪਾਠ ਕਰਨਾ, ਸੁਣਨਾ, ਤੇ ਉਹਦੇ ਨਾਲ ਪਿਆਰ ਜੁੜਿਆ। ਕਰਮ ਕਾਂਡੀ ਨਾ ਬਣੇ, ਪਿਆਰ ਨਾਲ ਗਾਵੀਐ, ਸੁਣੀਐ, ਮਨ ਰੱਖੀਐ। ਭਾਉ ਦੀ ਬਿਰਤੀ ਵਿੱਚ ਅਸੀਂ ਆਪਣੇ ਜੀਵਨ ਦੇ ਸਵਾਸਾਂ ਨੂੰ ਗੁਜ਼ਾਰੀਏ ਨਾ, ਸਫਲਾ ਕਰਨਾ ਸਿੱਖ ਲਈਏ ਤਾਂ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਦਾ ਸੱਚ ਸਾਡੇ ਜੀਵਨ ਵਿੱਚ ਪ੍ਰਗਟ ਹੋ ਸਕਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਹ ਗਹਿਰ ਗੰਭੀਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ। ਸਾਡੇ ਮਨਾਂ ਵਿੱਚ, ਸੁਰਤੀਆਂ ਵਿੱਚ ਇਹ ਵਸ ਸਕੇ। ਮਨ ਬਚਨ ਕਰਮ ਕਰਕੇ ਅਮਲੀ ਰੂਪ ਵਿੱਚ ਇਹਦੇ ਅਸੀਂ ਧਾਰਨੀ ਹੋਣ ਸਕੀਏ, ਤਾਂ ਕਿ ਜ਼ਿੰਦਗੀ ਵਿੱਚ ਸਦੀਵੀ ਆਨੰਦ ਦਾ ਸਾਡਾ ਸੁਪਨਾ ਪੂਰਾ ਹੋ ਸਕੇ। ਇੰਨੇ ਸ਼ਬਦ ਪ੍ਰਵਾਨ ਕਰਨੇ। ਬਹੁਤ ਧੰਨਵਾਦ ਗੁਰੂ ਪਾਤਸ਼ਾਹ ਦਾ, ਸਮੂਹ ਪ੍ਰਬੰਧਕਾਂ ਦਾ, ਮੇਰੇ ਅਜ਼ੀਜ਼ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਰੀ ਅਤੇ ਸਮੂਹ ਸਾਧ ਸੰਗਤ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਮਾਣ ਨਾਲ ਇਸ ਬਾਣੀ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦਾ ਸੁਭਾਗ ਅਵਸਰ ਬਣਾਇਆ। ਗੁਰੂ ਕਿਰਪਾ ਕਰੀਏ ਸਤ ਸੰਗੀ ਪ੍ਰਵਾਹ ਇਵੇਂ ਹੀ ਚੱਲਦੇ ਰਹਿਣ। ਗੁਰੂ ਦਰ 'ਤੇ ਆਈਆਂ ਜਗਿਆਸੂ ਰੂਹਾਂ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਸਰਸ਼ਾਰ ਹੁੰਦੀਆਂ ਰਹਿਣ। ਅਸੀਸਾਂ ਦੇ ਕੇ ਵਿਦਾ ਕਰੋ। ਰਹਿੰਦੇ ਸਵਾਸ ਗੁਰਮਤਿ ਜੀਵਨ ਵਿੱਚ ਜੁਗਤ ਵਿੱਚ ਜਿਉਣ ਦੀ ਭੁੱਖ ਪਿਆਸ ਅੰਦਰ ਪੈਦਾ ਹੋਵੇ। ਬਹੁਤ ਧੰਨਵਾਦ। ਖਿਮਾ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ